राख पिता प्रभ मेरे मोहे निर्गुण सब गुण तेरे रहाओ पांच विखादी एक गरीबा राखो राखन हारे खेद करे आर बहुत संतान आयो शरण तुम्हारे। ਇੱਥੇ ਤੱਕ ਅਸੀਂ ਪਿੱਛੇ ਗਿਆਨ ਲੈ ਚੁੱਕੇ ਇਸ ਸ਼ਬਦ ਦਾ। ਹੁਣ ਇੱਥੋਂ ਅਸੀਂ ਗਾਂਹ ਤੋਰਾਂਗੇ ਸ਼ਬਦ ਵੀ ਕੀ ਕਹਿ ਰਿਹਾ ਹੈ। ਅਗਲੀਆਂ ਲਾਈਨਾਂ ਹੈ, ਪਹਿਲਾਂ ਅਸੀਂ ਆ ਸਰਨ ਵਾਲੇ ਨਾਲ ਕਨੈਕਸ਼ਨ ਜੋੜ ਲਈਏ ਵੀ ਸਰਨ ਅਸੀਂ ਕੋਈ ਉਹ ਅਕਾਲ ਪੁਰਖ ਕੋਈ ਫਿਜ਼ੀਕਲ ਚੀਜ਼ ਨਹੀਂ ਹੈ, ਦਿਸਣਾ ਨਹੀਂ ਹੈ। ਉਹਦੀ ਸਰਨ ਜਾਣਾ ਕੀ ਹੈ, ਉਹ ਵੀ ਸਪਿਰਿਚੁਅਲ ਚੀਜ਼ ਹੈ। ਜਿਹੜਾ ਪਰਮੇਸ਼ਰ ਦਾ ਨਾਮ ਜਪਦੇ ਹਾਂ ਆਟੋਮੈਟਿਕਲੀ ਉਹਦੀ ਸ਼ਰਨ 'ਚ ਚਲੇ ਜਾਂਦੇ ਹਾਂ, ਕਿਉਂਕਿ ਅੰਤਰਗਤੇ ਧਿਆਨ ਜਪਣਾ। ਅਸੀਂ ਪਿਛਲੀ ਟੇਪ 'ਚ ਦੱਸਿਆ ਸੀ ਵੀ ਅੰਤਰਮੁਖੀ ਹੋ ਕੇ ਉਹਨੇ ਅੰਦਰ ਆਉਣਾ, ਅੰਦਰ ਧਿਆਨ ਰੱਖ ਕੇ ਵੀ ਉਹ ਹੈ ਸਦਾ ਹੀ। ਔਰ ਉਹਨੇ ਅੰਤਰਮੁਖੀ ਜਿਹੜਾ ਅਸੀਂ ਨਾਮ ਜਪਦੇ ਹਾਂ ਉਹ ਬੇਨਤੀ ਰੂਪ ਹੋ ਕੇ ਫਿਰ ਜਪਣਾ ਹੈ ਅਕਾਲ ਪੁਰਖ। ਉਹ ਹੈ ਪਹਿਲਾ ਧਿਆਨ ਦਾ ਉਹਦਾ ਖਿਆਲ ਵੀ ਧਿਆਨ ਜਿਹੜਾ ਹੈ, ਜਿਹੜਾ ਸ਼ਬਦ ਜਪਦੇ ਹਾਂ ਵਾਹਿਗੁਰੂ ਮੰਤਰ, ਉਹਦੇ 'ਚ ਹੀ ਧਿਆਨ ਰੱਖਣਾ ਹੈ ਔਰ ਉਹਨੂੰ ਹੀ ਸੁਣਨਾ ਹੈ। ਜਿਹੜਾ ਅਭਿਆਸ ਕਰਦੇ ਹਾਂ ਅਸੀਂ ਉਹਨੂੰ ਸੁਣਨਾ ਹੈ। ਜੇ ਨਹੀਂ ਸੁਣਦਾ ਹੈ ਤਾਂ ਤੁਹਾਡਾ ਧਿਆਨ ਕਿਤੇ ਬਾਹਰ ਗਿਆ। ਇਹ ਬੜੀ ਜ਼ਰੂਰੀ ਚੀਜ਼ ਹੈ। ਪਹਿਲਾ ਪੌੜਾ ਧਿਆਨ ਰੱਖਣ ਦਾ ਇਹੋ ਹੀ ਹੈ ਵੀ ਜੋ ਜਪੋ ਉਹਨੂੰ ਸੁਣੋ, ਪਰ ਇਹ ਬਹੁਤ ਮੁਸ਼ਕਿਲ ਕੰਮ ਹੈ। ਐਵੇਂ 1-2 ਸੈਕਿੰਡ ਜਾਂ 3 ਸੈਕਿੰਡ ਸੁਣ ਸਕੋਗੇ, ਫਿਰ ਚਿੱਤ ਤੁਹਾਡਾ ਨਿਕਲ ਜਾਊ, ਹੋਰ ਖਿਆਲ ਆਉਣੇ ਸ਼ੁਰੂ ਹੋ ਜਾਊ, ਜ਼ੋਰ ਜ਼ੋਰ ਦੀ ਬਾਹਰ ਚੱਲ ਜਾਊ। ਫਿਰ ਤੁਸੀਂ ਜਪਦੇ ਵੀ ਜਾਓਗੇ ਪਰ ਧਿਆਨ ਬਾਹਰ ਹੁੰਦਾ ਅਤੇ ਤੁਹਾਡਾ ਅਭਿਆਸ ਤੇਜ਼ ਹੋ ਜਾਏਗਾ। ਜੋ ਜੋ ਤੁਸੀਂ ਜਪਦੇ ਹੋ ਫਿਰ ਤੁਸੀਂ ਹੋਊਗਾ ਵੀ ਮੈਂ ਤਾਂ ਹੌਲੀ ਜਪਣਾ, ਸਹਿਜ ਬਲੋਵਣਾ, ਹੌਲੀ ਹੌਲੀ ਫਿਰ ਤੁਸੀਂ ਕਹੋਗੇ। ਉਹ ਫਿਰ ਉਸ ਲਈ ਕੋਈ ਤੁਸੀਂ ਸੋਚ ਰਹੇ ਹੁੰਦੇ ਹੋ, ਉਹ ਲਹਿਰਾਂ ਉੱਠ ਰਹੀਆਂ, ਅੰਦਰ ਖਿਆਲ ਬਾਹਰ ਚਲੀ ਜਾਂਦਾ। ਬੜੀ ਬਰੀਕ ਚੀਜ਼ ਹੈ। ਜੇ ਸਮਝ ਗਏ ਅਭਿਆਸ ਥਾਂ ਪਏਗਾ, ਕਿਉਂਕਿ ਜਚਰ ਇਹ ਮਨ ਲਹਿਰੀ ਵਿੱਚ ਹੈ। ਲਹਿਰਾਂ ਉੱਠਣ ਗਈਆਂ ਖਿਆਲਾਂ ਦੀਆਂ, ਸੋਚਣ ਦੀਆਂ, ਕੋਈ ਵਿਉਂਤ ਬਣਾਉਣ ਦੀ, ਕੋਈ ਬਿਜ਼ਨਸ ਦਾ ਖਿਆਲ, ਕੋਈ ਬਾਹਰ ਦੁਨੀਆ ਦੇ ਆਉਣੇ। ਪਹਿਲਾਂ ਸੁਣਨਾ ਹੋਊ, ਬਾਕੀ ਸੁਣੋਗੇ ਨਹੀਂ ਅਤੇ ਜੀਵਨ ਜਪੀ ਚੱਲੋਗੇ। ਉਹ ਅਭਿਆਸ ਜਦੋਂ ਤੇਜ਼ ਹੋ ਜਾਏ ਸਮਝ ਲਓ ਮਾਇਆ ਪੈ ਗਈ ਹੈ। ਹੁਣ ਤੁਹਾਨੂੰ ਦੱਸਦੇ ਹਾਂ ਵੀ ਇਹ ਸਾਰੀ ਚੀਜ਼ ਬੜੀ ਡੂੰਘੀ ਚੀਜ਼ ਹੈ। ਜਿਹੜਾ ਇਹ ਸਮਝ ਗਿਆ ਵੀ ਗੁਰੂ ਨਾਨਕ ਨਾ ਹੀ ਇਹ ਸਾਰਾ ਕਿਹਾ ਵੀ ਆਖਣ ਔਖਾ, ਸੁਣਨਾ ਹੋਰ ਵੀ ਔਖਾ ਹੈ। ਜਿਹੜਾ ਸੁਣਨਾ ਹੈ ਉਹਦੇ ਨਾਲ ਧਿਆਨ ਲੱਗਣਾ ਹੈ। ਮਨ ਨਹੀਂ ਬਾਹਰ ਜਾਂਦਾ। ਬੱਚਾ, ਅਸੀਂ ਬੜੀ ਸਿੱਧੀ ਜਿਹੀ ਮਿਸਾਲ ਦਿੰਦੇ ਹਾਂ ਆਮ ਸਮਝਣ ਲਈ। ਬੱਚਾ ਇੱਕ ਸਕੂਲੋਂ ਆਉਂਦਾ, ਉਹਦਾ ਬਾਪ ਪੁੱਛਦਾ ਹੋਏ ਤੂੰ ਗੱਲ ਸੁਣ, ਤੂੰ ਸਕੂਲੋਂ ਆਇਆ, ਮੈਂ ਤੈਨੂੰ ਕੰਮ ਕੀਤਾ ਸੀ ਜਿਹੜਾ ਮੈਂ ਤੈਨੂੰ ਕਿਹਾ। ਦੂਸਰੀ ਵਾਰ ਫਿਰ ਬਾਪ ਨੂੰ ਕਹਿਣਾ ਪੈਂਦਾ, ਓਏ ਤੂੰ ਕੀ ਤੂੰ ਤੇਰਾ ਧਿਆਨ ਕਿੱਥੇ ਹੈ, ਮੇਰੀ ਗੱਲ ਸੁਣੀ ਨਹੀਂ। ਉਹਨੇ ਫਿਰ ਨਹੀਂ ਸੁਣੀ ਬਾਪ, ਫਿਰ ਉਹਦਾ ਕਿਤੇ ਧਿਆਨ ਹੁੰਦਾ। ਉਹ ਕਹਿੰਦਾ ਮੈਂ ਤੀਜੀ ਵਾਰੀ ਤੇਰੇ ਲਈ ਪੇੜ ਮਾरूं, ਮੈਂ ਜੋ ਕਹਿਣਾ ਤੂੰ ਮੈਂ ਭੌਂਕਣ ਡਿਆ, ਤੂੰ ਸੁਣਦਾ ਹੀ ਨਹੀਂ। ਫਿਰ ਉਹਦਾ ਧਿਆਨ ਖੁੱਲ੍ਹਦਾ, ਉਹ ਗੱਲ ਸੁਣਦਾ ਨਹੀਂ ਹੈ। ਜਿਸ ਵੇਲੇ ਧਿਆਨ ਬਾਹਰ ਜਾਣ ਦਾ ਲੱਛਣ ਹੀ ਇਹ ਹੈ ਵੀ ਤੁਹਾਡਾ ਅਭਿਆਸ ਤੇਜ਼ ਹੋ ਜਾਊ। ਗੁਰੂ ਅਮਰਦਾਸ ਸਾਹਿਬ ਇਹਨੂੰ ਬੜਾ ਸੋਹਣਾ ਬਾਣੀ 'ਚ ਕਹਿੰਦੇ ਹੈ
ਭਈ ਇਹ ਮਾਇਆ ਪੈਂਦੀ ਅੰਦਰ ਖਿਆਲਾਂ ਨਾਲ, ਸਾਰੀ ਉਹਨੂੰ ਧਿਆਨ ਲੱਗਣ ਨਹੀਂ ਦਿੰਦੀ ਉਹ। ਤੋ ਜਿਚੇ ਰੇ ਮਨ ਲਹਿਰੀ ਵਿੱਚ ਹੈ ਤਿਚਰ ਹਉਮੈ ਬਹੁਤ ਹੰਕਾਰ, ਤਿਚਰ ਹਉਮੈ ਬਹੁਤ ਖਿਆਲ, ਸੇਵਾ ਥਾਏ ਨਾ ਪਵੇ ਤਿਸ ਕੀ, ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋ ਆਖੀਏ ਜੋ ਸਿਰ ਧਰੇ ਉਤਾਰ। ਸਿਰ ਦਾ ਮਤਲਬ ਹੈ ਇਹ ਚਤਰਾਈ, ਇਹ ਖਿਆਲ ਸਾਰੇ ਅੰਦਰੋਂ ਉੱਤੋਂ ਆਉਂਦੇ ਹੈ। ਅਭਿਆਸ ਤੁਹਾਡਾ ਜ਼ਬਰਦਸਤੀ ਤੇਜ਼ ਹੋ ਜਾਓ, ਤੁਸੀਂ ਕਰਕੇ ਦੇਖ ਲਓ। ਇਸੇ ਕਰਕੇ ਮਾਇਆ ਨੇ ਕਹਿੰਦਾ ਜਿਹੜਾ ਸਤਿਗੁਰ ਜਿਹੜਾ ਸੁਣਨਾ ਹੈ ਬਾਣੀ ਦਾ, ਉਹ ਬਾਣੀ ਵੀ ਸੁਣੀ ਜਾਓਗੇ ਲੇਕਿਨ ਧਿਆਨ ਕਿਤੇ ਹੋਊਗੀ, ਪੜ੍ਹੀ ਵੀ ਜਾਓਗੇ ਤੇਜ਼ੀ ਦੇ ਨਾਲ ਕਰੀ ਜਾਊਗਾ ਧਿਆਨ, ਸੋਚਾਂ ਹੋਰ ਉਹਦੀਆਂ ਬੜੀ ਬਰੀਕ ਚੀਜ਼ ਹੈ। ਇੱਕ ਮਨ ਹੈ, ਇੱਕ ਚਿੱਤ ਹੈ। ਮਨ ਜਿਹੜਾ ਬਹੁਤ ਵੱਡੀ ਚੀਜ਼ ਹੈ, ਇਹਦੇ ਵਿੱਚ ਜਿਹੜੀਆਂ ਲਹਿਰਾਂ ਉੱਠਦੀਆਂ ਖਿਆਲਿਆਂ ਦੀਆਂ, ਫੁਰਨਿਆਂ ਦੀਆਂ, ਅਸੀਂ ਸੋਚਾਂ ਕਰਨ ਲੱਗ ਪੈਂਦੇ ਹਾਂ ਬੈਠੇ ਬੈਠੇ, ਫਿਰ ਨੀਂਦ ਆ ਜਾਂਦੀ ਹੈ, ਉਹ ਅਸੀਂ ਸੁਣਦੇ ਨਹੀਂ ਹੈ ਨਾਮ ਨੂੰ। ਇਸ ਕਰਕੇ ਜਿਹੜਾ ਸੁਣਦਾ ਹੈ ਆਖਣ ਔਖਾ ਨਾਨਕਾ, ਜਿਹੜਾ ਸੁਣਨਾ ਹੈ ਸਭ ਤੋਂ ਜ਼ਰੂਰੀ ਚੀਜ਼ ਹੈ। ਇਸੇ ਕਰਕੇ ਜਪ ਬਾਣੀ ਦੀਆਂ ਪੌੜੀਆਂ ਨਹੀਂ ਕਹਿਣਾ ਚਾਹੀਦਾ, ਅੰਕ ਨੇ, ਉਹ ਜਪਣ ਦੇ ਅੰਕ ਨਹੀਂ ਹੈ, ਉਹ ਸੁਣਨ ਤੋਂ ਹੀ ਸ਼ੁਰੂ ਹੁੰਦੇ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਐ ਦੁੱਖ ਪਾਪ ਕਾ ਨਾਸ। ਸੁਣਨ ਤੋਂ ਸ਼ੁਰੂ ਹੁੰਦੇ ਹੈ, ਕਿਉਂਕਿ ਜਪੋਗੇ ਤੇ ਸੁਣੋਗੇ। ਇਸ ਕਰਕੇ ਜਪਣ ਦੀਆਂ ਨਹੀਂ ਦਿੱਤੀਆਂ। ਉਹ ਸਭ ਤੋਂ ਪਹਿਲਾਂ ਫਿਲਾਸਫੀ ਕਲੀਅਰ ਕਰ ਗਏ, ਜਪ ਪੀ ਭਾਖਿਆ ਭਾਉ ਅਪਾਰ, ਆਖਾਂ ਮੰਗਾਂ ਦੇ ਬੇਨਤੀ ਰੂਪ ਹੋ ਕੇ ਜਪ, ਔਰ ਲਿਮਟਲੈਸ ਜਪ। ਲੇਕਿਨ ਜਿਹੜਾ ਜਪਦਾ ਉਹਨੂੰ ਸੁਣਨਾ ਹੈ, ਜਿਹੜਾ ਸੁਣੇਗਾ ਤਾਂ ਤੇਰਾ ਧਿਆਨ ਲੱਗੇਗਾ। ਜਿਹੜਾ ਸੁਣਦਾ ਨਹੀਂ ਹੈ, ਜਪਦਾ ਜੋ ਉਹਦਾ ਅੰਦਰ ਕਿਤੇ ਮਨ ਗਿਆ, ਉਹਦਾ ਅਭਿਆਸ ਤੇਜ਼ ਹੋ ਜੂ। ਜਿਸ ਤਰ੍ਹਾਂ ਉਹ ਕਹਿੰਦੇ ਵੀ ਬੋਲਣ ਪੈ ਰਵਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਜਿਨ੍ਹਾਂ ਦੇ ਚਿੱਤ ਮਾਇਆ ਨੇ ਜਿੱਤ ਲਿਆ। ਚਿੱਤ 'ਚ ਉੱਠਣੀਆਂ ਲਹਿਰਾਂ, ਚਿੱਤ ਬੜੀਆਂ ਬਰੀਕ ਚੀਜ਼ਾਂ। ਜੇ ਅਸੀਂ ਕਿਉਂ ਇੰਨਾ ਜ਼ੋਰ ਲਾ ਰਹੇ, ਇਸੇ ਕਰਕੇ ਵੀ ਅਸੀਂ ਸਿੱਖੀ ਦੇ ਵਿੱਚ ਇਹਦੀ, ਅਸੀਂ ਇੰਨੀ ਸਿੱਖੀ ਦੀ ਕਮਾਈ ਕਰ ਰਹੇ ਹਾਂ, ਹਰ ਤਰ੍ਹਾਂ ਗੁਰੂ ਨਾਲ ਪਿਆਰ, ਜੋ ਸਿੱਖੀ ਦਾ ਸਭ ਕੁਛ ਅਸੀਂ ਧਾਰ ਰਹੇ ਹਾਂ, ਲੇਕਿਨ ਸਾਡੇ ਪੱਲੇ ਕੱਖ ਨਹੀਂ ਪੈਂਦਾ। ਲੇਬਰ ਬਹੁਤੀ, ਆਊਟਪੁੱਟ ਕੁਛ ਨਹੀਂ ਹੈ ਸਾਡੀ, ਕਿਉਂਕਿ ਅਸੀਂ ਬਾਣੀ ਨੂੰ ਜਿੱਦਾਂ ਕਹਿੰਦੀ ਬਾਣੀ, ਅਸੀਂ ਉੱਦਾਂ ਨਾਮ ਨਹੀਂ ਜਪਦੇ। ਤੋ ਸੁਣਨ ਦੇ ਨਾਲ ਹੈ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਸਤਿਗੁਰੂ ਜਦੋਂ ਅੰਦਰ ਆਉਣਾ ਫਿਰ ਨਹੀਂ ਧਿਆਨ ਬਾਹਰ ਜਾਣਾ। ਸਤਿਗੁਰੂ ਬਾਝੋਂ ਹੈ ਅਸੀਂ ਸਾਰੇ ਸਤਿਗੁਰੂ ਬਾਝੋਂ। ਸਾਡੀ ਹਾਲੀ ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਿਖਾਣੀ। ਨਾਮ ਦਾ ਹਾਲੀ ਕਹਿਣਾ ਸਾਡਾ ਕੱਚਾ ਹੈ, ਔਰ ਆਖਣਾ ਕੱਚਾ ਹੈ, ਸੁਣਨਾ ਕੱਚਾ ਹੈ, ਔਰ ਬੋਲਣ ਪਏ ਰਵਾਣੀ। ਰਵਾਨਗੀ ਨਾਲ ਅਸੀਂ ਪਾਠ ਵੀ ਕਰੀ ਜਾਂਦੇ, ਅਖੰਡ ਪਾਠ ਵੀ ਕਰੀ ਜਾਂਦੇ, ਕੀਰਤਨ ਦੀਆਂ ਚੌਂਕੀਆਂ ਵੀ ਲਾਈ ਜਾਂਦੇ, ਸਭ ਕੁਛ, ਲੇਕਿਨ ਅੰਦਰ ਮਾਇਆ ਪਈ ਹੈ। ਇਸ ਕਰਕੇ ਚਿੱਤ ਜਿਨ ਕਾ ਜਿੱਤ ਲਿਆ ਮਾਇਆ ਨੇ, ਉਹ ਸੁਣਨਗੇ ਘੱਟ, ਬਾਕੀ ਮੂੰਹ ਦੇ ਨਾਲ ਜੀਭ ਨਾਲ ਸਭ ਕੁਛ ਕਰੀ ਜਾਣਗੇ। ਸਭ ਕੁਛ ਇਹ ਚੀਜ਼ ਨਹੀਂ ਹੈ ਸਾਡੀ। ਜੇ ਨਾਮ ਜਪਣਾ ਤੇ ਬਾਬਾ ਨਾਨਕ ਕਹਿੰਦਾ ਆਖਣ ਔਖਾ ਨਾਨਕਾ, ਆਖਣੇ ਔਖਾ ਸੁਣਨੇ ਔਖਾ, ਪਰ ਤੂੰ ਆਖਣ ਜਪੀ, ਆਖ ਜਪੀ ਚੱਲੀ, ਆਖੀ ਚੱਲੀ। ਕਿਉਂਕਿ ਅਗਲੀ ਤੋਕ ਹੈ ਜਿਹੜੀ ਸਾਨੂੰ ਜ਼ੁਬਾਨੀ ਯਾਦ ਹੈ। ਪਹਿਲੀ ਤੋਕਾ ਆਖਣੇ ਔਖਾ ਨਾਨਕ, ਆਖਣੇ ਔਖਾ ਤੇ ਹੈ ਹੀ ਆ, ਪਰ ਸੁਣਨੇ ਔਖਾ। ਸੁਣਨਾ ਹੋਰ ਵੀ ਔਖਾ ਜਿਹੜਾ ਜਪਦਾ। ਆਖਣੇ ਔਖਾ, ਸੁਣਨਾ ਔਖਾ। ਆਖਿਨ ਜਾਪੀ ਆਖ, ਖਿਨ ਖਿਨ ਜਪੀ ਚੱਲ। ਆਖਿਨ ਜਾਪੀ ਆਖ, ਕਿਉਂਕਿ ਕਿਸ ਤਰ੍ਹਾਂ ਜਪਣਾ। ਅਗਲੀ ਲਾਈਨ ਹੈ, ਇੱਕੀ ਆਖ ਆਖੈ ਸ਼ਬਦ ਭਾਖੈ, ਅਰਧ ਉਰਧ ਦਿਨ ਰਾਤ। ਫਿਰ ਅਗਲੀ ਪੌੜੀ, ਅਗਲੀ ਤੀਸਰੀ ਤੁਕ ਲਾਉਂਦੇ ਆ ਵੀ ਮੈਂ ਧਿਆਨ ਕਿੱਥੇ ਰੱਖਾਂ, ਉਹਦੀ ਕੋਈ ਚੀਜ਼ ਨਹੀਂ ਹੈ ਦੱਸਣ ਵਾਲੀ। ਤੋ ਜੇ ਕੋ ਹੋਵੇ ਤੇ ਦੱਸੈ। ਦੇਖੋ ਕਿੰਨੀ ਠੇਠ ਪੰਜਾਬੀ 'ਚ ਅਗਲੀ ਤੀਸਰੀ, ਜੇ ਕੋ ਹੋਵੇ ਤੇ ਦੱਸਿਓ ਦੀ ਜਾਪੇ ਰੂਪ ਨਾ ਜਾਤ। ਫਿਰ ਅਗਲੀ ਚੌਥੀ ਚੌਲਾਂ ਦੀ, ਚੱਲ ਤੂੰ ਆਖੀ ਚੱਲ ਤੇ ਜਪੀ ਚੱਲ। ਆਖਣ ਔਖਾ ਨਾਨਕਾ,
ਆਖੇ ਨ ਜਾਪੀ ਆਪ ਜਪੀ ਚੱਲ ਇਹਦੇ ਤੂੰ ਗਾਂ ਤਦੇ ਮਹਾਰਾਜ ਪੰਚਮ ਪਾਤਸ਼ਾਹ ਨਾ ਇਹਨਾਂ ਗੁਰੂ ਨਾਨਕ ਦੇ ਸ਼ਬਦਾਂ ਤੋਂ ਲੋ ਲੈ ਕੇ ਸ਼ਬਦ ਲਿਖਿਆ ਜਾਸ ਜਪਤ ਭਾਉ ਅਪਦਾ ਜਾਏ ਧਾਵਤ ਮਨੁਆ ਆਵੇ ਠਾਏ। ਤੋ ਜਪ ਜਪ ਕੇ ਹੀ ਉਹਦੀ ਪਾਰਸ ਕਾਲਾ ਨਾ ਪਰਮੇਸ਼ਨਾ। ਤੋ ਜਿਹੜਾ ਜਪਣਾ ਉਹਨੂੰ ਹੀ ਸੁਣਨਾ ਔਰ ਉਹਦੇ 'ਚ ਹੀ ਧਿਆਨ ਰੱਖਣਾ ਅੰਤਰਮੁਖੀ। ਤੋ ਉਸ ਹਿਸਾਬ ਦੇ ਨਾਲ ਜਿਹੜਾ ਨਾਮ ਦਾ ਸੁਣਨਾ ਹੈ ਨਾ ਉਹ ਫਿਰ ਗਾਂ ਜਿਹੜੀ ਅਸੀਂ ਸ਼ਬਦ ਲੈ ਰਹੇ ਹਾਂ ਉਹਦੇ 'ਚੋਂ ਫਿਰ ਉਹ ਸੁਣ ਲੱਗ ਪੈਂਦਾ ਉਹਨੂੰ ਨਾਮ। ਜੇ ਜਪਦਾ ਘੱਟ ਹੈ ਲੇਕਿਨ ਹਰ ਆਵਾਜ਼ ਉਹਨਾਂ ਦੇ ਇੰਨਾ ਬਿਆਸ ਤਕੜਾ ਹੋ ਜਾਂਦਾ, ਪੱਖੇ ਦੀ ਆਵਾਜ਼, ਕੋਈ ਚੀਜ਼ ਦੀ ਆਵਾਜ਼, ਕੋਈ ਵੱਜ, ਸਾਰਾ ਕੁਛ ਉਹਨੂੰ ਨਾਮ ਹੀ ਸੁਣਦਾ। ਉਹਨੂੰ ਕਹਿੰਦੇ ਅਨਹਦ ਸ਼ਬਦ ਦਾ ਪ੍ਰੀਲਿਮਿਨਰੀ, ਪਹਿਲਾਂ ਅਨਹਦ ਸ਼ਬਦ ਸੁਣਨਾ ਸ਼ੁਰੂ ਹੋ ਜਾਂਦਾ। ਹੋਰ ਕੁਛ ਉਹਦਾ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਔਰ ਉਹਨੂੰ ਅਭਿਆਸ 'ਚ ਸਵਾਦ ਆਉਂਦਾ। ਫਿਰ ਇਸ ਕਰਕੇ ਮਹਾਰਾਜ ਨੇ ਜਿਹੜਾ ਕਿਹਾ ਭਈ ਸਰਨ ਕਿਹਦੀ ਜਾਣਾ ਹੈ, ਸਰਨ ਸੁਣਨ 'ਚ ਜਾਣਾ, ਸੁਣਨ ਦੀ ਜਾਣਾ। ਉਹ ਕੋਈ ਚੀਜ਼ ਨਹੀਂ ਹੈ, ਉਹਦਾ ਧਿਆਨ ਨਹੀਂ ਰੱਖ ਸਕਦੇ। ਪਰ ਜਦੋਂ ਇਹ ਮੁਕੰਮਲ ਚੀਜ਼ ਹੋ ਜਾਂਦੀ ਤਾਂ ਉਦੋਂ ਗੁਰੂ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਦੱਸਦੇ ਆ ਵੀ ਜਿਹੜਾ ਧਿਆਨ ਹੈ ਨਾ ਉਹ ਸੱਤੇ ਪੁਰਖ ਅਕਾਲ ਮੂਰਤੇ ਹਿਰਦੇ ਧਾਰੂ ਧਿਆਨ। ਉਹ ਜਦੋਂ ਸਤਿਗੁਰੂ ਅੰਦਰ ਆ ਗਿਆ ਫਿਰ ਉਹਦਾ ਧਿਆਨ ਲੱਗ ਜਾਂਦਾ। ਪਰ ਇਹ ਸ਼ੁਰੂ ਕਿੱਥੋਂ ਹੁੰਦਾ ਰਹਾ ਉਹਦੀ ਤੁਕ 'ਚ ਦੱਸਦੇ ਵੀ ਸੱਤੇ ਪੁਰਖ ਅਕਾਲ ਮੂਰਤ ਜੋ ਦਸਮ ਪਾਤਸ਼ਾਹ ਨਾ ਅਕਾਲ ਉਸਤਤ ਲਿਖੀ ਹੈ। ਸੱਤੇ ਪੁਰਖ ਅਕਾਲ ਮੂਰਤ ਹਿਰਦੇ ਧਾਰੂ ਧਿਆਨ। ਔਰ ਜਦੋਂ ਧਿਆਨ ਲੱਗ ਵੀ ਜਾਂਦਾ ਤਾਂ ਵੀ ਰਸਨਾ ਨਾਲ ਰਸਨਾ ਰਾਮ 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 ਬਖਾਨ। ਜਿਉਂ ਹੋਰ ਜਪਦਾ ਰਸਨਾ ਨਾਲ ਹੋਰ ਧਿਆਨ ਲੱਗਦਾ ਅਤੇ ਅੰਦਰ ਉਹ ਪ੍ਰਗਟ ਹੁੰਦਾ ਹੈ। ਇਸ ਕਰਕੇ ਜਿਹੜਾ ਸੁਣਨਾ ਹੈ ਬਹੁਤ ਜ਼ਰੂਰੀ ਹੈ। ਔਰ ਉਹ ਆਪ ਗੁਰਪ੍ਰਸਾਦ ਨਾਲ ਸੁਣਾਏਗਾ ਤੁਹਾਨੂੰ। ਜਿਵੇਂ ਤੁਹਾਡੀ ਮਿਹਨਤ ਦੇਖ ਕੇ, ਪਿਛਲੇ ਜਨਮ ਦੇ ਕਰਮ ਦੇਖ ਕੇ ਗਾਂ ਕਿੱਦਾਂ ਦੀ ਸੰਗਤ ਕਰਦੇ ਹੋ, ਇਹ ਉਹਦੇ ਵੱਸ ਹੈ। ਉਹ ਸੁਣਾਏਗਾ ਕਿਉਂਕਿ ਸ਼ਬਦ ਸ਼ੁਰੂ ਹੁੰਦਾ ਬੰਧਨ ਤੇ ਛੁਟਕਾਵਾ। ਉਹ ਸਤਿਗੁਰੂ ਉਹਦੀ ਡੈਫੀਨੇਸ਼ਨ ਹੈ। ਉਹ ਬੰਧਨਾਂ ਤੋਂ ਮਾਇਆ ਤੋਂ ਛਡਾਏਗਾ ਤੁਹਾਨੂੰ। ਪਹਿਲੀ ਤੁਕ ਹੈ ਬੰਧਨ ਤੇ ਛੁਟਕਾਵਾ ਪ੍ਰਭੂ ਮਿਲਾਵਾ, ਕਿਉਂਕਿ ਉਹ ਵਿਚੋਲਾ ਹੈ ਵਿੱਚ ਸਤਿਗੁਰੂ। ਬੰਧਨ ਤੇ ਛੁਟਕਾਵਾ ਪ੍ਰਭੂ ਮਿਲਾਵਾ। ਸਭ ਤੋਂ ਪਹਿਲਾਂ ਕੀ ਕਰੇਗਾ, ਹਰ ਹਰ ਨਾਮ ਸੁਣਾਵਾ। ਪਹਿਲਾਂ ਸੁਣਨ ਦੀ ਕਲਾ ਆਏਗੀ ਤੁਹਾਡੀ ਕੋਲ। ਪਹਿਲੀ ਤੁਸੀਂ ਕਹੋ ਵੀ ਆਪ ਇਹ ਤੇ ਨਾਮ ਹੀ ਜਪ ਰਹੇ ਸਭ 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 ਬੰਨਿਓ, ਆਪੇ ਤੁਹਾਨੂੰ ਪਤਾ ਲੱਗ ਜਾਣਾ ਵੀ ਉਹ ਕੰਮ ਸ਼ੁਰੂ ਹੋ ਗਿਆ। ਮੋਟਰ ਪਟੇ ਤੇ ਚੜ੍ਹ ਗਈ ਹੁਣ। ਉਹ ਨਾਮ ਸੁਣਾਵੇ ਮਤਲਬ ਉਹਨੂੰ ਸੁਣਨਾ ਨਾਮ ਸ਼ੁਰੂ ਹੋ ਜਾਂਦਾ ਹਰ ਆਵਾਜ਼ 'ਚੋਂ। ਉਹ ਪਹਿਲੀ ਹੈ, ਪਹਿਲਾਂ ਬੰਧਨ ਤੇ ਫਿਰ ਬਾਅਦ 'ਚ ਛੁਟਕਾਉਂਦਾ, ਪ੍ਰਭੂ ਨੂੰ ਵੀ ਮਿਲਾਉਂਦਾ। ਪਰ ਤੀਸਰੀ ਜਿਹੜੀ ਤੁਕ ਲਾਈ ਇਹ ਠਾਹ ਨੂੰ ਆਉਂਦੀ ਆ, ਉਹ ਹਰ ਹਰ ਨਾਮ ਸੁਣਾਵਾ। ਉਹਦੇ ਗੁਰਪ੍ਰਸਾਦ ਨਾਲ ਫਿਰ ਸੁਣਨਾ ਸ਼ੁਰੂ ਹੋ ਜਾਂਦਾ। ਇਸੇ ਕਰਕੇ ਇਹਦੀ ਫਿਰ ਕੀ ਕਲਾ, ਮਨ ਖੜਾ ਹੋਣਾ ਸ਼ੁਰੂ ਹੋ ਜਾਂਦਾ, ਇਹਦੇ 'ਚ ਅਥਾਹ ਤਾਕਤ ਆ ਜਾਂਦੀ। ਰਿੱਧ ਸਿੱਧੀਆਂ ਜਿੰਨੀਆਂ ਆਉਂਦੀਆਂ ਜਦੋਂ ਮਨ ਖੜਾ ਹੋਣਾ ਸ਼ੁਰੂ ਹੋ ਜਾਂਦਾ ਬੰਦੇ ਦੇ ਅੰਦਰ ਰਿੱਧੀਆਂ ਸਿੱਧੀਆਂ ਆ ਜਾਂਦੀ। ਉਹ ਜੋ ਸੋਚਦਾ ਚੀਜ਼ ਹੋ ਜਾਂਦੀ, ਜੋ ਚੀਜ਼ ਕਹੇ ਉਹ ਕਰ ਸਕਦਾ। ਤੋਂ ਪਹਿਲਾ ਹੈ ਸੁਣ ਐ, ਉਹ ਨਾਮ ਦਾ ਸੁਣਨਾ, ਬਾਣੀ ਦਾ ਸੁਣਨਾ ਨਹੀਂ ਹੈ। ਅਸੀਂ ਜਪ ਕਲੀਅਰ ਕਰ ਰਹੇ ਹਾਂ, ਉਹਦੇ ਵਿੱਚ ਉਹ ਗੁਰੂ ਅਮਰਦਾਸ ਸਾਹਿਬ ਦਾ ਅਰਥ ਕਰਦੇ ਨੇ ਗਾਂਹ ਜਾ ਕੇ। ਉਹ ਕਹਿੰਦੇ ਨੇ ਨਾਏ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵਾ। ਨਾਏ ਸੁਣਿਆ ਨਾਮ ਦਾ ਸੁਣਨਾ ਹੈ, ਬਾਣੀ ਨਾ, ਬਾਣੀ ਕੋਲੋਂ ਗਿਆਨ ਲੈਣਾ ਹੈ, ਬਾਣੀ ਨਾਲ ਨਹੀਂ। ਆਮ ਇਹ ਲੋਕ ਕਿਉਂਕਿ ਅਭਿਆਸ ਜੋ ਕਿਸੇ ਨੇ ਕਥਾ ਕੀਤੀ ਜਾਂ ਜੋ ਕੀਤੀ ਜੀ ਬਾਣੀ ਦਾ ਸੁਣਨਾ, ਗੁਰਦੁਆਰੇ ਆਓ ਦੇਖੋ ਕਿੰਨੇ ਪੜ੍ਹ ਲਿਖੇ ਹੈ। ਬਾਣੀ ਕਿਸੇ ਦਾ ਕੋਈ ਸਰਿਆ ਵੀ ਹੈ, ਇੰਨੀ ਬਾਣੀ ਸੁਣ ਰਹੀ ਸਾਰੀ ਕੌਮ। ਇਹ ਨਾਮ ਦਾ ਸੁਣਨਾ ਹੈ। ਅਸੀਂ ਅਭਿਆਸ ਤਕੜਾ ਕਰਕੇ ਇਹ ਚੀਜ਼ ਸੁਣਨੀ ਹੈ। ਇਸ ਕਰਕੇ ਨਾ ਇਹ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ। ਨਾ ਇਹ ਸੁਣਿਆ ਫਿਰ ਉਹ ਸਾਰੀਆਂ ਸਾਰੰਗ ਦੀ ਵਾਰ ਦੀਆਂ ਪੌੜੀਆਂ ਹੀ ਸਾਰੀਆਂ ਅਸੀਂ ਜਪ 'ਚ ਕਲੀਅਰ ਕਰ ਰਹੇ ਹਾਂ ਵੀ ਇਹ ਨਾਮ ਦਾ ਸੁਣਨਾ ਹੈ, ਬਾਣੀ ਦਾ ਸੁਣਨਾ ਨਹੀਂ ਹੈ। ਬਾਣੀ ਦਾ ਗਾਉਣਾ ਗਾਉਣਾ ਔਰ ਦੱਸਿਆ ਅਸੀਂ ਵੀ ਕਮਾਵਤ ਨਿਹਾਲ। ਉਹ ਕਮਾਈ ਇਹੋ ਹੀ ਆ ਵੀ ਸ਼ਬਦ ਨੂੰ ਜਪੋ, ਉਹਨੂੰ ਹੀ ਸੁਣੋ, ਧਿਆਨ ਅੰਤਰਮੁਖੀ ਰੱਖੋ ਔਰ ਸੁਣਨਾ ਸ਼ੁਰੂ ਹੋ ਜੇ। ਇਸ ਕਰਕੇ ਉਹ ਜਿਹੜੀ ਚੀਜ਼ ਹੈ ਉਹੀ ਇੱਥੇ ਹੈ ਵੀ ਜਦੋਂ ਮੈਂ ਸਗਨ ਤੇਰੀ ਆ ਗਿਆ, ਰਾਖ ਪਿਤਾ ਪ੍ਰਮ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਓ। ਪੰਜ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਖੇਦ ਕਰੇ ਔਰ ਬਹੁਤ ਸੰਤਾਵੇਂ ਆਇਓ ਸਰਣੇ। ਸਰਨ ਵੀ ਅਸੀਂ ਜਪ ਜਪ ਕੇ
ਨਾਲ ਅੰਦਰ ਧਿਆਨ ਰੱਖ ਕੇ ਉਹਦੀ ਸ਼ਰਨ ਚਲੀ ਜਾਈਦਾ। ਤੇ ਆਇਓ ਸ਼ਰਨ ਤੋਂ ਹਾਰੇ, ਅੱਗੇ ਕੀ ਹੈ ਜੀ? ਹੈਂ? ਕਰ ਕਰ ਹਾਰਿਓ। ਹਾਂ, ਮੈਂ ਬੜੇ ਉਪਾਅ ਕੀਤੇ, ਕਰ ਕਰ ਹਾਰਿਓ। ਅਨਕ ਬਹੁ ਭਾਂਤੀ, ਇਹ ਛੱਡਦੇ ਨਹੀਂ ਮੈਨੂੰ, ਵਿਆਪਦੇ ਆ ਮੈਨੂੰ। ਕਰ ਕਰ ਹਾਰੇ ਅਨਕ ਬਹੁ ਭਾਂਤੀ, ਛੋਡੇ ਕਤੂ ਨਾਹੀ, ਆਏਕ ਬਾਤ ਸੁਣੇ ਤਾਂ ਕੀ ਓਟ। ਆਹ ਦੱਸਦੇ ਮਹੱਲਾ ਪੰਜਵੇਂ ਸ਼ਬਦ ਵੀ ਜਦੋਂ ਤੇਰੀ ਉਹ ਓਟ ਬਣ ਗਈ ਨਾ ਵੀ ਮੈਂ ਸੁਣ ਰਿਹਾ, ਉਹਦੀ ਓਟ 'ਚ ਜਾਣਾ ਹੈ। ਏਕ ਬਾਤ ਸੁਣੇ ਤਾਂ ਕੀ ਓਟਾ। ਹਾਂ, ਅੱਗੇ ਫਿਰ ਇਸੇ ਨਾਲ ਚੋਂ ਸੁਣਨਾ ਸ਼ੁਰੂ ਹੋ ਜਾਂਦਾ। ਅੰਦਰ ਮਨ ਚੜ੍ਹਿਆ 10ਵੇਂ ਆਕਾਸ਼, ਜਿੱਥੇ ਓਂਗ ਨਾ ਭੁੱਖਾ, ਉਹ ਸਪਿਰਚੁਅਲ ਸਟੇਜਾਂ ਤਾਂ ਅੰਦਰ ਚੜ੍ਹਦਾ ਤੇ ਉਹ ਸਾਧ ਸੰਗਤ ਦੇ ਅਸਥਾਨ ਤੱਕ ਪਹੁੰਚ ਜਾਂਦਾ। ਅੰਦਰ ਹੈ ਸਾਧ ਸੰਗਤ, ਬਾਹਰ ਹੈ ਸੰਗਤ, ਇਹ ਕਾਫੀ ਕਲੀਏ ਕਰਦੇ ਆ ਰਹੇ। ਉਹ ਸਾਧ ਜਿਹੜਾ ਸਤਿਗੁਰੂ ਹੈ ਉਹਦੀ ਸੰਗਤ ਅੰਦਰ ਹੋ ਜਾਂਦੀ, ਉੱਥੇ ਜਾ ਕੇ ਫਿਰ ਸਾਧ ਸੰਗਤ ਦਾ ਤੇ ਫਲ ਹੀ ਅਨੇਕ ਹੈ ਨਾ। ਪਰ ਪਹਿਲਾਂ ਇਹ 5 ਦੁਸ਼ਮਣ ਨਹੀਂ ਹੋਣੇ ਜਿਨ ਚੱਕਰ ਤੁਸੀਂ ਨਾਮ ਨੂੰ ਜਪਿਆ ਨਾ ਔਰ ਉਹਨੂੰ ਸੁਣਿਆ ਨਾ, ਔਰ ਆਹ ਕਲਾ ਨਾ ਵਰਤੀ। ਏਕ ਬਾਤ ਸੁਣੇ ਤਾਂ ਕਿ ਓਟਾ, ਉਹ ਫਿਰ ਓਟ ਬਣ ਜਾਂਦੀ ਹੈ ਬੰਦੇ ਦੀ, ਉਹ ਫਿਰ ਗਾਂ ਸਾਰੇ ਖਾਣਿਆਂ ਦੀ। ਆਓ ਸ਼ਬਦ ਸ਼ੁਰੂ ਤੋਂ ਲੈ ਕੇ ਇੱਥੋਂ ਗਾਂ ਤੋਰੀਏ। ਦੇਖੋ ਕਿੰਨੀ ਸੀਧ ਹੈ ਇੱਕ ਸ਼ਬਦ ਦੇ ਵਿੱਚ ਹੀ। ਰਾਖ ਪਿਤਾ ਪ੍ਰਭ ਮੇਰੇ। ਕਿਸੇ ਗੁਰੂ ਦਾ ਧਿਆਨ ਨਹੀਂ ਰੱਖਣਾ, ਕਿਸੇ ਚੀਜ਼ ਦਾ ਧਿਆਨ ਨਹੀਂ ਰੱਖਣਾ, ਅਕਾਲ ਪੁਰਖ ਦਾ ਧਿਆਨ ਰੱਖਣਾ। ਉਹ ਕਾ ਧਿਆਨ ਕੀ ਹੈ ਕਿ ਉਹਦਾ ਨਾਮ ਜਿਹੜਾ ਜਪ ਰਿਹਾ ਉਹਨੂੰ ਹੀ ਸੁਣੋ, ਔਰ ਅੰਤਰਗਤ ਧਿਆਨ, ਬਾਹਰ ਨਾ ਖਿਆਲ ਜਾਣ ਦਿਓ। ਬਾਬਾ ਨਾਨਕ ਕਹਿੰਦਾ ਬਾਹਰ ਜਾਤੋ ਠਾਕ ਰਹਾਵੈ। ਮਨ ਖਿਆਲਾਂ ਨਾਲ ਬਾਹਰ ਜਾਂਦਾ, ਇਹਨੂੰ ਫੜ ਫੜ ਕੇ ਵਾਪਸ ਲਿਆਉਣਾ, ਅੰਦਰ ਰੱਖਣਾ ਵੀ ਨਹੀਂ, ਬਾਹਰ ਨਹੀਂ। 1 ਘੰਟਾ ਜਿਹੜਾ ਅਭਿਆਸ ਕਰਦਾ ਮੈਂ ਬਾਹਰ ਜਾਤੋ ਠਾਕ ਰਹਾਵੇ, ਫਿਰ ਇਹ ਅੰਦਰ ਮੁੜਨਾ, ਇਹਦੇ ਅੰਤਰਗਤ ਹੀ ਧਿਆਨ ਹੁੰਦਾ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਰਹਾਉ ਪੰਜ ਵਿਖਾਦੀ ਏਕ ਗਰੀ। ਇਹ 5 ਦੁਸ਼ਮਣ ਐਸੇ ਹੈ, ਹਿਊਮੈਨਿਟੀ, ਇਨਸਾਨ ਭਾਵੇਂ ਮਾਰ ਤੱਕ ਚਲੇ ਜਾਏ, ਚੰਦਰਮਾ ਤੱਕ ਪਹੁੰਚ ਜਾਏ, ਇਹ ਦੁਸ਼ਮਣ ਉਹਦੇ ਨਾਲ ਹੀ ਜਾਣਗੇ ਅੰਦਰ। ਇਹਨਾਂ ਨੂੰ ਨਹੀਂ ਕੋਈ ਮਾਰ ਸਕਦਾ। ਸੁਭਾਏ ਐਸ ਜੋਗ ਬਾਣੀ 'ਚ ਰੂਲ ਦੱਸੇ। 5 ਕਿਤੇ ਸਮੁੰਦਰਾਂ ਦੀਆਂ ਡੰਗਾਈਆਂ 'ਚ, ਕਿਤੇ ਜਾ ਕੇ ਆਪਣੇ ਹੈਡਕੁਆਰ ਸਾਰੀ ਦੁਨੀਆ ਫਤਿਹ ਕੋ ਕਰ ਲੇ ਸਭ ਕੁਝ, ਲੇਕਿਨ ਅੰਦਰਲਾ ਮਨ ਜੀਤੇ ਜਗ ਜੀ। ਅੰਦਰ ਜਿੰਨ ਚੱਕਰ ਇਹ ਜਿਹੜੇ 5 ਦੁਸ਼ਮਣ ਹੈ ਇਹਨਾਂ ਨੂੰ ਨਾ ਮਾਰਿਆ, ਬਾਹਰ ਦਾ ਬੰਦੇ ਦਾ ਕੁਛ ਕੱਢਦੇ ਰਹੋ। ਤੁਸੀਂ ਦੇਖੋ ਜਦੋਂ ਦੀ ਦੁਨੀਆ ਬਣੀ ਹੈ, ਜਦੋਂ ਦਾ ਰੱਬ ਬਣਿਆ ਔਰ ਉਹਦਾ ਆਦਮ ਜਾਂ ਪਹਿਲਾਂ ਇਨਸਾਨ ਬਣਿਆ, ਰੱਬ ਨੇ ਆਪ ਹੀ ਬਣਾਇਆ, ਕਿ ਉਹਦਾ ਕੀ ਸੀ? ਬਾਹਰਲਾ ਸਰੂਪ ਬਦਲਦਾ ਰਿਹਾ, ਅੰਦਰਲੇ ਇੰਟਰਨਲ ਆਰਗਨਸ ਤੇ ਇਨਸਾਨ ਦੇ ਉਹੀ ਹੈ। ਕਈ ਜਗ੍ਹਾ ਤੋਂ ਪੈਂਕਰੀਆ, ਹਾਰਟ, ਲਿਵਰ ਜੋ ਹੈ, ਕਦੀ ਅੰਦਰਲੇ ਆਰਗਨ ਨਹੀਂ ਬਦਲੇ। ਇੰਨੇ ਯੁੱਗਾਂ ਦੇ ਯੁੱਗ ਹੋ ਗਏ ਆ, ਕਿਉਂਕਿ ਬਾਹਰ ਦਾ ਭੇਖ ਬਦਲਦਾ ਆ ਰਿਹਾ। ਗਾਰਾਂ 'ਚ ਰਹਿੰਦਾ ਸੀ, ਫਿਰ ਉਹਨੇ ਕੱਪੜੇ ਪਾਉਣੇ ਸ਼ੁਰੂ ਕੀਤੇ, ਤਾਜ ਦਾ ਜ਼ਮਾਨਾ ਸਾਰਾ, ਉਹ ਬਾਹਰ ਸਭ ਕੁਝ ਕਰ ਰਿਹਾ ਸੀ। ਔਰ ਉਹੀ ਦੁਨੀਆ ਹੁਣ ਸਭ ਤੋਂ ਹਰ ਮਜ਼ਹਬ 'ਚ ਬਾਹਰ ਜ਼ਿਆਦਾ ਕਰ ਰਹੀ ਹੈ, ਅੰਦਰਲੇ ਅੰਤਰਗਤੇ ਕੋਈ ਨਹੀਂ ਆਉਂਦਾ। ਪਿਸਾ ਬਾਹਰੋਂ ਦੀ ਜੋ ਮਰਜ਼ੀ ਕਰੀ ਚੱਲੋ, ਉਹ ਅੰਦਰਲੇ ਅੰਦਰ ਉਹਨੇ ਆਉਣਾ, ਅੰਦਰ ਹੈ ਸਭ ਕੁਝ। ਇਸ ਕਰਕੇ ਬਾਹਰ ਕਿਸੇ ਨੂੰ ਤਦੇ ਨਹੀਂ ਮਿਲ ਰਿਹਾ, ਕਿਉਂਕਿ ਅਸੀਂ ਬਾਹਰਲੇ ਭੇਖ ਤੇ, ਬਾਹਰਲੀਆਂ ਚੀਜ਼ਾਂ ਤੇ, ਬਾਹਰਲੇ ਉਹਦੇ ਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ, ਕਿਉਂਕਿ ਉਹ ਸੌਖਾ ਹੈ ਕਰਮ ਕਰਨਾ। ਆਪਣੇ ਅੰਦਰ ਵੜਨਾ ਸਭ ਤੋਂ ਮੁਸ਼ਕਿਲ ਹੈ। ਰਾਮ ਜਪੋ ਅੰਤਰਗਤ ਧਿਆਨੇ, ਲਾਲੀ ਛੋਡੋ ਰਚੋ ਅਪਰੰਪਰੇ, ਇਉਂ ਪਾਵੋ ਮੁਕਤ ਦੁਆਰਾ ਹੈ ਗੁਰੂ ਬਾਬਾ ਨਾਨਕ। ਇਸ ਕਰਕੇ ਜਿਹੜਾ ਅੰਦਰਲੇ ਦੁਸ਼ਮਣ ਹੈ ਇਹ ਸਦਾ ਹੀ ਨਾਲ ਰਹਿਣੇ ਆ, ਜਿੰਨ ਚਿਰ ਤੁਸੀਂ ਇਹਨੂੰ ਮਾਰਨ ਦੀ ਤਰਕੀਬ ਨਾ ਸਿੱਖੋਗੇ। ਇਸ ਕਰਕੇ ਉਹ ਹੈ ਰਾਖ ਪਿਤਾ। ਕੋਈ ਅਸੀਂ ਅਰਦਾਸ ਨਹੀਂ ਕਰ ਰਹੇ ਵੀ ਮੈਨੂੰ ਨੌਕਰੀ ਮਿਲ ਜਾਏ, ਮੇਰੇ ਆ ਵਿਆਹ, ਅੱਜ ਮੈਂ ਚੱਲਿਆ। ਸਾਰੀਆਂ ਅਰਦਾਸਾਂ ਉਹੀ ਹੋ ਰਹੀਆਂ। ਕੋਈ ਅਰਦਾਸ ਇਹ ਨਹੀਂ ਕਰਦਾ ਵੀ ਕਿਸੇ ਸ਼ਬਦ 'ਚ ਕੱਢ ਕੇ ਦੱਸ ਦਿਓ, ਬਿਨ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦਿਓ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਕੋਈ ਮੰਗਣਾ ਰਹਿ ਜਾਂਦਾ। ਸਾਰੀ ਅਰਦਾਸ 'ਚ ਮੰਗ 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 ਸਭ ਕੁਝ ਕਰਕੇ ਫਿਰ ਅਖੀਰ ਤੇ ਕਹਿ ਦੇਣਗੇ
ਬਿਨ ਤੋਂ ਹੋਰ ਜੋ ਮੰਗਣਾ ਸਿਰ ਨਾਲੇ ਮੰਗ ਵੀ ਲਿਆ, ਸਭ ਕੁਝ ਛੁੱਟਦਾ ਹੈ। ਇਹ ਚੀਜ਼ਾਂ ਐਸੀਆਂ ਹੈ ਵੀ ਅਸੀਂ ਕਦੀ ਬਾਣੀ ਨੂੰ ਵਿਚਾਰ ਕੇ ਆਪਣਾ ਫਾਇਦਾ ਨਹੀਂ ਦੇਖਿਆ ਵੀ ਸਾਡੇ ਕਾਹਦੇ 'ਚ। ਇਹ ਬਹੁਤ ਮਾਮੂਲੀ ਚੀਜ਼ਾਂ। ਨਾਮ ਜਪਣ ਤੇਰੇ ਕਾਰਜ, ਨਾਮ ਜਦ ਤੂੰ ਇਸ ਬਨੇ ਆਏਗਾ ਤੇਰੇ ਸਭ ਕੰਮ ਆਪਣੇ ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਹਨੇ ਨਾਮ ਦੀ ਕਮਾਈ ਵੀ ਨਾ ਕੀਤੀ ਹੋਵੇ, ਜਿਨ ਹਰ ਕਾ ਨਾਮ ਪਿਆਰਾ। ਹੁਣ ਸਾਨੂੰ ਇਹਦੇ ਕਰੈਕਟਰ, ਇਹਦੀਆਂ ਸਿਫਤਾਂ ਦੇਸੇ ਕਿ ਨਾਮ ਦਾ ਅੱਛਾ ਸਾਨੂੰ ਪਿਆਰ ਜਾਗਦਾ, ਯਾਰ ਐਡਾ ਵੱਡਾ ਨਾਮ। ਤੂੰ ਜਦੋਂ ਨੂੰ ਇਹ ਵੀ ਚੀਜ਼ ਆ ਜਾਏ ਉਹਦੇ ਨਾਲ ਵੀ ਅਚਿੰਤ ਹੀ ਕੰਮ ਹੋਏ, ਬਾਣੀ 'ਚ ਲਿਖੇ ਆ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਪਰ ਇਹ ਮੰਗਣਾ ਸਾਰਾ ਕੁਛ, ਇਹ ਚੀਜ਼ਾਂ ਬਹੁਤ ਲੋ ਟਾਈਪ ਦੀਆਂ। ਅਸੀਂ ਇਸ ਬੰਦੇ 'ਤੇ ਆਉਣਾ ਵੀ ਆਹ ਸ਼ਬਦ ਕਿਹਦੇ ਲਈ ਲਿਖਿਆ ਹੈ? ਅਕਾਲ ਪੁਰਖ ਲਈ। ਉਹਨੂੰ ਪਿਤਾ ਮੰਨਣਾ, ਅਸੀਂ ਕਿਸੇ ਨੂੰ ਹੋਰ ਧਿਆਨ 'ਚ ਨਹੀਂ ਰੱਖਣਾ। ਰਾਖ ਪਿਤਾ ਮੇਰੇ ਮੋਹੇ ਨਿਰਗੁਣ, ਸਭ ਗੁਣ ਤੇ ਗੁਰੂ ਨਿਰਗੁਣ ਬਣ ਰਹੇ ਨੇ, ਵੀਰ 'ਚ ਕੋਈ ਗੁਣ ਨਹੀਂ ਹੈ। ਅਕਾਲ ਪੁਰਖ ਮੈਨੂੰ ਬਖਸ਼ ਲੈ, ਨਾ ਪੰਜਾਂ ਤੂੰ ਵਿਚਾਲਾ। ਇੱਥੇ ਮਹਾਂਪੁਰਖ ਕਿੱਦਾਂ ਇਹ ਅਰਦਾਸ ਕਰ ਲੈਣਗੇ? ਜਿਹੜੇ ਪਹਿਲੇ ਹੀ ਮਹਾਂਪੁਰਖ ਹੈ ਜਾਂ ਸਾਰੇ ਬੜੇ ਬੈਠੇ ਹੈ, ਲੋਕੀ ਪੂਜ ਰਹੇ, ਉਹਨਾਂ ਦੇ ਅੰਦਰ ਗਰੀਬੀ ਨਹੀਂ ਆਏਗੀ। ਇਹ ਪੰਜ ਨਹੀਂ ਮਰਨੇ, ਕਿਉਂਕਿ ਸਭ ਤੋਂ ਵੱਡਾ ਦੁਸ਼ਮਣ ਸਾਡਾ ਹਉਮੈ ਹੈ, ਅਖੀਰਲਾ। ਪਹਿਲੇ ਦੁਸ਼ਮਣ ਸਾਨੂੰ ਤੰਗ ਬਹੁਤ ਕਰਨਗੇ ਪਰ ਛੇਤੀ ਮਰਨੇ। ਸਭ ਤੋਂ ਪਹਿਲਾਂ ਕਾਮ ਮਰਨਾ, ਕ੍ਰੋਧ ਮਰਨਾ, ਲੋਭ ਮੋਹ, ਅਸੀਂ ਦੱਸਾਂਗੇ ਗਾਂ। ਹਉਮੈ ਅਖੀਰ ਤੇ ਮਰਨੀ ਜਾ ਕੇ। ਔਰ ਜਿੰਨੇ ਪਿਛਲੇ ਦੁਸ਼ਮਣ ਆ ਉਨੇ ਤਕੜੇ ਆ, ਔਰ ਉਨੇ ਹੀ ਪਤਲੇ ਹੁੰਦੇ ਜਾਣੇ, ਤੁਹਾਨੂੰ ਪਤਾ ਨਹੀਂ ਲੱਗਣਾ। ਕੰਮ ਸਾਰੇ ਹਉਮੈ 'ਚ ਕਰ ਰਹੇ ਹੋ, ਉਹ ਦੁਸ਼ਮਣ ਨਾਲ ਚੋਰੀ ਵਾਰ ਕਰੀ ਜਾਣਾ ਹਉਮੈ ਨੂੰ। ਤੋ ਅਸੀਂ ਗਾਂ ਤੋਂ ਗਾਂ ਦੀ ਫਿਲਾਸਫੀ ਲਿਆ ਰਹੇ ਹਾਂ ਜੇ ਸ਼ਬਦਾਂ ਰਾਹੀਂ। ਤੋ ਇਸ ਕਰਕੇ ਅੰਤਰਗਤ ਧਿਆਨ ਸਭ ਤੋਂ ਵੱਡਾ ਜਿਹੜਾ ਭਿਆਨਕ ਦੁਸ਼ਮਣ ਆ, ਜਿਹੜਾ ਸਾਹ ਵਾਂਗੂ ਫੰਕਾਰੇ ਮਾਰ ਰਿਹਾ ਕਾਮ ਜਾਂ ਅੰਦਰ ਸਾਡੇ, ਉਹ ਸਭ ਤੋਂ ਪਹਿਲਾਂ ਮਰਨਾ। ਜਿੱਡਾ ਜ਼ਬਰਦਸਤ ਹੈ ਪਹਿਲਾ, ਪਿਛਲੇ ਦੁਸ਼ਮਣ ਬੜੇ ਬਰੀਕ ਹੈ ਔਰ ਉਹਨਾਂ ਨੂੰ ਸਮਝਣਾ ਮੁਸ਼ਕਿਲ ਹੋ ਜੂ, ਤਾਂ ਮਰਨੇ ਮੁਸ਼ਕਿਲ ਹੈ। ਆਓ ਪਹਿਲਾਂ ਪੰਜ ਦੁਸ਼ਮਣਾਂ ਦਾ ਆ ਜੋ ਮੈਂ ਕਿਆ ਅਰਦਾਸ ਲੇਲੜੀਆਂ ਕੱਢ ਰਿਹਾ ਸ਼ਬਦ, ਇਹ ਮਹਾਰਾਜ ਮੈਨੂੰ ਬਚਾ। ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ, ਸਭ ਗੁਣ ਤੇ ਰਹਾਉ ਪੰਚ ਬੇਖਾਦੀ, ਏਕ ਗਰੀਬਾ ਰਾਖੋ ਰਾਖਣ। ਰਾਖਣ ਹਾਰੇ ਕੌਣ ਹੈ? ਗੁਰੂ ਨਹੀਂ ਹੈ ਰੱਖਣ ਵਾਲੇ। ਕਿਸੇ ਸੰਤ ਨਾਲ ਨਹੀਂ ਰੱਖਣਾ, ਕਿਸੇ ਸਾਧ ਨਾਲ ਨਹੀਂ ਰੱਖਣਾ, ਕਿਸੇ ਨਾਲ ਨਹੀਂ ਰੱਖਣਾ। ਮਹਾਰਾਜ ਤੇ ਕਹਿੰਦੇ ਆ ਤੇ ਕਿਸੇ ਮਾਂ ਨਾਲ ਨਹੀਂ ਛਡਾਉਣਾ, ਬਾਪ ਨਾਲ ਨਹੀਂ ਛਡਾਉਣਾ ਇਹਨਾਂ ਤੋਂ। ਇਹ ਐਸੇ ਦੁਸ਼ਮਣ ਅੰਦਰ ਇਹ ਛਡਾਏਗਾ ਤੇ ਉਹੀ ਉਹ ਪਾਵਤ ਛਡਾਏਗੀ। ਰਾਖ ਪਿਤਾ ਪ੍ਰਭ ਮੇਰੇ ਮੋਹੇ। ਇਹ ਐਸੀਆਂ ਚੀਜ਼ਾਂ ਕਿਉਂ ਹੈ ਇਸ ਜ਼ਮਾਨੇ ਮਾਡਰਨ ਦੇ ਵਿੱਚ ਇੰਨੀਆਂ ਇਹਨਾਂ ਨੂੰ? ਮਾਰਨੇ ਕੋਈ ਯੋਗ ਸਿੱਖਦਾ, ਕੋਈ ਐਸੀਆਂ ਇੰਨੀਆਂ ਸੈਲਫ ਕੰਟਰੋਲ ਤੇ ਕਿਤਾਬਾਂ ਨਿਕਲ ਰਹੀਆਂ ਜਿਹਦਾ ਕੋਈ ਹੱਦ ਨਹੀਂ। ਉਹ ਜਿਨ੍ਹਾਂ ਨੇ ਲਿਖੀਆਂ ਉਹਨਾਂ ਦੇ ਆਪਣਾ ਇੱਕ ਵੀ ਦੁਸ਼ਮਣ ਬਸ ਨਹੀਂ। ਤੋ ਇਸ ਕਰਕੇ ਜਿਹੜਾ ਸ਼ਬਦ ਹੈ, ਦੇਖੋ ਕਿੰਨੀ ਵੱਡੀ ਦੁਨੀਆ ਨੂੰ ਲੋਹ ਆਏਗੀ ਨਾ ਸ਼ਬਦਾਂ ਤੋਂ। ਵੀ ਸੈਲਫ ਕੰਟਰੋਲ ਤੇ ਮਾਰ, ਕਿਤਾਬਾਂ ਤੇ ਕਿਤਾਬਾਂ ਲਿਖੀ ਜਾਂਦੇ ਹੋ, ਮਾਰ ਜੋ ਕੋਈ ਬਸ ਨਹੀਂ, ਕੋਈ ਲੰਗੋਟੇ ਦਾ ਜਤੀ ਨਹੀਂ ਹੈ। ਸਭ ਜਿੰਨੇ ਤੁਰੇ ਫਿਰਦੇ ਬੜੇ ਬੜੇ ਡੇਰੇ ਸਾਧਾਂ ਦੇ, ਸਭ ਕੁਝ ਸਭ ਇਹਨਾਂ ਪੰਜਾਂ ਨਾਲ ਘੇਰੇ ਹੈ। ਇਸ ਕਰਕੇ ਰੱਖੇਗਾ ਤੇ ਅਕਾਲ ਪੁਰਖ ਰੱਖੇਗਾ। ਰਾਖ ਪਿਤਾ ਪ੍ਰਭ ਮੇਰੇ। ਜੇ ਦੇਖਿਆ ਜਾਏ ਤਾਂ ਸਾਰੀ ਹਿੰਦੂ ਫਿਲਾਸਫੀ 'ਚ ਸਾਰਾ ਰਾਮਾਇਣ ਮਹਾਭਾਰਤ ਕਾਹਦਾ? ਇਹਨਾਂ ਪੰਜਾਂ ਦਾ ਹੀ ਪਵਾੜਾ। ਕਿੰਨੀਆਂ ਕਿੰਨੀਆਂ ਰਾਣੀਆਂ ਕਰ ਲਈਆਂ, ਕਾਹਦੇ ਲਈ ਕੀਤੀਆਂ? ਜਦ ਬਾਬਾ ਨਾਨਕ ਕਹਿੰਦਾ ਸੱਤੀ ਰੰਨੀ ਘਰੇ ਸੀ ਆਪਾਂ। ਮਤਲਬ ਇਹ ਜੇ ਇਹਨੂੰ ਚੀਜ਼ ਨੂੰ ਪਹਿਲੇ ਦੁਸ਼ਮਣ ਨੂੰ ਸਮਝਿਆ ਤੇ ਗੁਰਬਾਣੀ ਨੇ ਸਮਝਿਆ ਹੈ। ਬਾਬੇ ਨਾਨਕ ਨੇ ਕਿਹਾ ਵੀ ਇਹ ਰੰਨਾਂ ਹੋਈਆਂ ਬੋਧੀਆਂ, ਪੁਰਸ਼ ਹੋਈ ਸਯਾਦ, ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ।
ਬਾਬਾ ਨਾਨਕ ਕਹਿੰਦਾ ਜਿੰਨ ਜਿੱਦਾਂ ਆਉਂਦੇ ਨਾ ਇਦਾਂ ਦੇ ਪੁੱਤ ਜਨੂਰਾ ਧੀ ਜਨੂਰੀ ਆ ਡਾਂਸ ਜਿਹੜਾ ਡਿਸਕੋ ਕਰ ਰਹੇ ਦੇਖਦੇ ਅਸੀਂ ਟੀਵੀਆਂ ਤੇ ਧੀਆਂ ਕਰ ਰਹੀਆਂ ਪੁੱਤਰ ਕਰ ਰਹੇ ਧੀ ਜਨੂਰੀ ਮਾਂ ਜਨੂਰੀ ਆ ਜੋਰੂ ਜਿਨ੍ਹਾਂ ਦਾ ਸਿੱਖਦਾਰ ਅਸੀਂ ਸ਼ਬਦ ਲਿਆ ਰਹੇ ਹਾਂ ਗਾਂ ਸਾਰੇ ਤਾਂ ਕਿ ਅਸੀਂ ਖਬਰਦਾਰ ਹੋਈਏ ਜਿੰਨੇ ਚੱਲ ਰਹੇ ਹੈ ਕਿ ਪਹਿਲਾਂ ਗੁਰੂ ਕਾਲ ਵੇਲੇ ਚੀਜ਼ਾਂ ਨਹੀਂ ਸੀ ਹੁਣ ਟੀਵੀ ਕੀ ਮਤਲਬ ਐਸੀ ਚੀਜ਼ ਨਿਕਲੀ ਹੈ ਜਿਹੜਾ ਬੱਚਾ ਮਾਂ ਬਾਪ ਹਟਾ ਨਹੀਂ ਸਕਦਾ ਉਹਨਾਂ ਨੂੰ ਤੁਸੀਂ ਹਟਾਓਗੇ ਉਹ ਚੋਰੀ ਦੇਖ ਲੈਣਗੇ ਰਾਤ ਨੂੰ ਸ਼ੋ ਇਸ ਕਰਕੇ ਇਹ ਚੀਜ਼ਾਂ ਐਸੀਆਂ ਜਿਸ ਬੱਚੇ ਨਾਲ ਸਮਝਣੀਆਂ ਸੀ ਉਹ ਸੁਧਰੇ ਦੇਖੇ ਆ ਉਹ ਮਤਲਬ ਇਹ ਆਏਗਾ ਪਲਟਾ ਤੇ ਗੁਰਬਾਣੀ ਦੇ ਰਾਹ ਹੀ ਆਏਗਾ ਲੇਕਿਨ ਸਭ ਤੋਂ ਵੱਡੀ ਚੀਜ਼ ਇਹ ਹੈ ਇੱਕ ਇੱਕ ਸ਼ਬਦ ਜਿਹੜਾ ਸੀ ਆ ਉਹਦਾ ਐਨਾਲਿਸਿਸ ਕਰਕੇ ਹੀ ਦੇਖਣਾ ਵੀ ਇਹ ਕਾਹਦੇ ਨਾਲ ਮਰਨੇ ਆ ਕਿਸੇ ਚੀਜ਼ ਨਾਲ ਨਹੀਂ ਹੋਰ ਮਰਨੇ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੇ ਆਰ ਬਹੁਤ ਸੰਤਾਂ ਆਇਓ ਸਰਣ ਤੁਹਾਰੇ ਕਰ ਕਰ ਹਾਰਿਓ ਆਨਕ ਬਹੁ ਭਾਂਤੀ ਛੋੜੇ ਕਤੁ ਨਾਹੀ ਆ ਸਟੇਜ ਤੱਕ ਪਹੁੰਚਣਾ ਹੁਣ ਤਾਂ ਨੂੰ ਸ਼ਬਦ ਚੜ੍ਹਨਾ ਸ਼ੁਰੂ ਹੋਣਾ ਪਹਿਲੀ ਕਲਾ ਕੀ ਵਰਤਣੀ ਹੈ ਤੈਨੂੰ ਨਾਮ ਸੁਣਨਾ ਸ਼ੁਰੂ ਹੋਣਾ ਏਕ ਬਾਤ ਸੁਣੇ ਤਾਂ ਕੀ ਓਟਾ ਫਿਰ ਤੈਨੂੰ ਸਾਧ ਦਾ ਸੰਗ ਅੰਦਰ ਹੋਏਗਾ ਜਾ ਕੇ ਸਾਧ ਉੱਥੇ ਤੇ ਬਿਲਕੁਲ ਹੀ ਮਿਟ ਜਾਣੇ ਆ ਕਿਉਂਕਿ ਦੋ ਆਪੋਜ਼ਿਟ ਫੋਰਸਿਸ ਆ ਅੰਦਰ ਸੰਤ ਸਾਧ ਸਤਿਗੁਰੂ ਇੱਕੋ ਚੀਜ਼ ਹੈ ਇਹ ਸ਼ਬਦ ਚਾਹੇਗਾ ਗਾ ਲੇਕਿਨ ਜਦੋਂ ਉਹ ਅੰਦਰ ਆਉਣਾ ਹੀ ਸ਼ੁਰੂ ਹੋਇਆ ਇਹਨਾਂ ਨਾਲ ਭੱਜਣਾ ਸ਼ੁਰੂ ਹੋ ਜਾਣਾ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਰਹਿਣੀਆਂ ਅੰਦਰ ਸਤਿਗੁਰੂ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਇਹਨਾਂ ਦਾ ਡੇਰਾ ਚੱਕਿਆ ਜਾਂਦਾ ਤੋ ਸਾਧ ਸੰਗ ਜਦੋਂ ਅੰਦਰ ਪੂਰਾ ਹੋ ਗਿਆ ਉਸ ਵੇਲੇ ਮੇਟ ਹੀ ਜਾਣੇ ਹੈ ਦੇਖ ਪਹਿਲਾਂ ਤੈਨੂੰ ਨਾਮ ਸੁਣੇਗਾ ਏਕ ਬਾਤ ਸੁਣੇ ਤਾਂ ਕੀ ਓਟਾ ਸਾਧ ਸੰਗੇ ਮੇਟੇ ਜਾ ਵੀ ਮੈਨੂੰ ਕਿੱਦਾਂ ਸਾਧ ਸੰਗ ਮਿਲੇ ਐਨ ਉਸੇ ਤਰ੍ਹਾਂ ਹੀ ਹੁਣ ਸਾਧ ਸੰਗ ਮਿਲੇਗਾ ਕਾਰ ਕੀਰ ਸਾਧ ਦੀ ਬਜਾਏ ਸੰਤ ਲਿਖਣ ਲੱਗੇ ਹੁਣ ਇੱਕੋ ਚੀਜ਼ ਹੈ ਕਾਰ ਕੀਰ ਇਹ ਬਾਹਰਲਾ ਸੰਤ ਸਾਧ ਨਹੀਂ ਹੈ ਕਾਰ ਕਿਰਪਾ ਸੰਤ ਮਿਲੇ ਮੋਹ ਤਿੰਨ ਤੇ ਧੀਰਜ ਪਾਇਆ ਧੀਰਜ ਜਿਹੜਾ ਲਫ਼ਜ਼ ਲੈ ਗਏ ਨਾ ਇਹ ਹੈ ਤੁਹਾਡਾ ਜੱਤ ਪਹਾਰਾ ਧੀਰਜ ਸੁਨਿਆਰ ਜੱਤ ਕਹਿੰਦੇ ਆ ਕੰਟਰੋਲ ਆਫ ਸੈਂਸਿਸ ਨੂੰ ਜਿੰਨੇ ਸਾਡੇ ਇੰਦਰੇ ਹੈ ਇਹਨਾਂ ਤੇ ਕੰਟਰੋਲ ਹੋ ਜਾਏ ਔਰ ਇਹ ਪੰਜੇ ਕਾਬੂ ਬਾਸ ਹੋਣੇ ਸ਼ੁਰੂ ਹੋ ਜਾਣ ਤਾਂ ਉਹ ਹੈ ਜਤੀ ਪਹਿਲਾ ਸਾਡਾ ਹੈ ਵੀ ਅਸੀਂ ਜਤੀ ਸਤੀ ਬਣਨਾ ਹੈ ਜਤ ਹੈ ਇਹਨਾਂ ਪੰਜਾਂ ਤੋਂ ਪਰੇ ਰਹਿਣਾ ਇਹਨਾਂ ਦੇ ਵਿੱਚ ਹੀ ਹੈ ਅਸੀਂ ਸਭ ਕੰਮ ਕਰਦੇ ਹੋਇਆ ਪਰ ਇਹਨਾਂ ਤੇ ਕੰਟਰੋਲ ਰੱਖਣਾ ਇਹ ਇਹਨਾਂ ਸਾਡੇ ਤੇ ਚੜੇ ਰਹਿਣ ਅਸੀਂ ਸਾਡਾ ਲੋੜ ਪਵੇ ਕਰੋਧ ਦੀ ਕਰੋਧ ਕਰਨਾ ਅਸੀਂ ਜੰਗ ਕਰੋਧ ਬਗੈਰ ਹੋਣਾ ਨਹੀਂ ਕਾਮ ਬਗੈਰ ਜਗ ਦੀ ਉਤਪਤੀ ਖਤਮ ਹੋ ਜਾਓ ਇਹ ਨੈਚੁਰਲ ਚੀਜ਼ਾਂ ਮੈਂ ਲੋਭ ਨਾ ਕਰਾਂਗੇ ਸਾਡਾ ਬਿਜ਼ਨਸ ਹੀ ਬਣਨਾ ਮੋਹ ਅਟੈਚਮੈਂਟ ਨਾ ਹੋਗੀ ਤੇ ਮਾਂ ਬੱਚੇ ਨੂੰ ਮੋਹ ਨੂੰ ਕਦੀ ਪਿਆਰ ਨਹੀਂ ਸਮਝਣਾ ਅਟੈਚ ਹੈ ਅਟੈਚ ਕਿਹਦੇ ਨਾਲ ਮਾਂ ਬੱਚੇ ਨਾਲ ਅਟੈਚ ਹੈ ਜੇ ਨਾ ਹੋਏ ਤਾਂ ਬੱਚਾ ਪੜ੍ਹ ਨਹੀਂ ਸਕਦਾ ਕਿਉਂਕਿ ਰਾਤ ਨੂੰ ਪਿਸ਼ਾਬ ਕੀਤਾ ਬੱਚੇ ਨਾਲ ਮਾਂ ਆਪ ਗਿੱਲੇ ਥਾਂ ਬਹਿ ਜਾਂਦੀ ਬੱਚੇ ਨੂੰ ਸੁੱਕੇ ਥਾਂ ਪਾ ਦਿੰਦੀ ਜੇ ਅਟੈਚਮੈਂਟ ਰਹੇ ਤਾਂ ਪੁਆ ਕੇ ਬਾਹਰ ਮਾਰੇ ਇੱਧਰ ਮਾਂ ਮਰਜੀ ਮੈਂ ਕਿਉਂ ਗਿੱਲੇ ਥਾਂ ਪਾਵਾਂ
ਇਹਨੂੰ ਅਟੈਚਮੈਂਟ ਹੈ, ਇਹ ਵੀ ਬੜੀ ਜ਼ਰੂਰੀ ਹੈ। ਪਰ ਐਸੀ ਇਹ ਡੀਟੈਚ ਬੰਦਾ ਹੋ ਰਹਿਣਾ ਸਿੱਖੇ, ਜਿੱਦਾਂ ਗੁਰੂ ਗੋਬਿੰਦ ਸਿੰਘ ਸਾਹਿਬ 4 ਸਾਹਮਣੇ ਜੰਗਾਂ 'ਚ ਬਰਛਿਆਂ ਨਾ ਪਰੋਏ ਗਏ, 2 ਸ਼ਹੀਦ ਹੋ ਗਏ, ਛੋਟੇ ਵੀ ਦੁੱਧ ਪਿਆਉਣ ਵਾਲਿਆਂ ਨੇ ਕਿਹਾ ਜੀ ਮਹਾਰਾਜ ਉਹ ਵੀ ਗਏ 2 4, ਲੇਕਿਨ ਉਸੇ ਤਰ੍ਹਾਂ ਹੀ ਔਰੰਗਜ਼ੇਬ ਨੂੰ ਫਤਿਹ ਦੀ ਚਿੱਠੀ ਲਿਖ ਰਹੇ ਹੈ। ਕੀ ਆਂਦੇ ਨੇ ਡੀਟੈਚ ਹੈ। ਇਸੇ ਤਰ੍ਹਾਂ ਅਸੀਂ ਆਪਣੇ ਬੱਚਿਆਂ ਕੋਲੋਂ ਡੀਟੈਚ ਰਹਿਣਾ, ਲੇਕਿਨ ਰਹਿਣਾ ਇਹਨਾਂ ਦੇ ਵਿੱਚ, ਬਲਕਿ ਜ਼ਿਆਦਾ ਬੱਚੇ ਠੀਕ ਹੋ ਜਾਂਦੇ, ਆਪ ਵੀ ਬੰਦਾ ਉਹਨਾਂ ਦੀ ਜ਼ਿਆਦਾ ਪਰਵਾਹ, ਲੇਕਿਨ ਮੋਹ ਦੇ ਵਿੱਚ ਵਿਗੜ ਵੀ ਜਾਂਦੇ ਆ ਸਾਰੇ। ਇਹ ਸਾਰਾ ਇਸ ਕਰਕੇ ਇਹ ਪਿਛਲੇ ਦੁਸ਼ਮਣ ਬੜੇ ਬਰੀਕ ਆ, ਸੀ ਹੌਲੀ ਹੌਲੀ ਇਹਨਾਂ ਲਾਵਾਂਗੇ। ਤੋ ਜਿਹੜੇ ਇਹ ਹੈ ਅਟੈਚਮੈਂਟ, ਔਰ ਜਿਹੜੀ ਪਹਿਲਾ ਹੈ ਕਾਮ, ਜਿਹਨੂੰ ਸੈਕਸ ਕਹਿੰਦੇ ਅੱਜ ਕੱਲ੍ਹ, ਕ੍ਰੋਧ ਹੈ ਐਂਗਰ, ਕਾਮ ਕ੍ਰੋਧ, ਲੋਭ ਲਾਲਚ ਹੈ ਗਰੀਡ, ਮੋਹ ਹੈ ਅਟੈਚਮੈਂਟ। ਅਸੀਂ ਡੀਟੈਚ ਹੋਣਾ ਸਿੱਖਣਾ ਦੁਨੀਆ ਨਾਲੋਂ, ਵਿੱਚੇ ਰਹਿ ਕੇ। ਤੋ ਡੀਟੈਚ ਅਖੀਰਲੀ ਹੈ ਈਗੋ ਹਉਮੈ, ਉਹ ਅਸੀਂ ਗਾਂ ਡਿਸਕਸ ਕਰਾਂਗੇ। ਪਰ ਇਹ ਜਿਹੜੇ ਹੈ ਸਾਰੇ ਹੈ, ਪਹਿਲਾਂ ਉਹ ਜਦੋਂ ਸਤਿਗੁਰੂ ਅੰਦਰ ਆਉਣਾ ਸ਼ੁਰੂ ਹੋ ਜਾਂਦਾ, ਇਹ ਬਸ ਹੋਣੇ ਸ਼ੁਰੂ ਹੋ ਜਾਂਦੇ, ਇਹਨਾਂ ਦਾ ਜ਼ੋਰ ਘਟਣਾ ਸ਼ੁਰੂ ਹੋ ਜਾਂਦਾ। ਕਰ ਕਿਰਪਾ ਸੰਤ, ਇੱਥੇ ਆਣ ਕੇ ਤੇ ਸਾਰੇ ਪੁਆੜੇ ਪੈ ਜਾਂਦੇ ਆ। ਦੇਖੋ ਜੀ ਸੰਤ ਦੀ ਤਾਂ ਲੋੜ ਹੈ ਨਾ, ਔਰ ਫਿਰ ਦੁਨੀਆ ਫਸ ਜਾਂਦੀ ਹੈ। ਕਰ ਕਿਰਪਾ ਸੰਤ, ਕੋਈ ਸੰਤ ਲੱਭਣਾ ਪੈਣਾ ਸਾਨੂੰ। ਹੁਣ ਪਹਿਲਾਂ ਸਾਧ ਵੀ ਲਿਖੇ ਆ, ਸੰਤ ਸਾਧ ਆ ਸਤਿਗੁਰ ਵੀ ਹੈ। ਇਹ ਸਾਰੇ ਅਸੀਂ ਕਿਉਂ, ਇਹ ਚੀਜ਼ਾਂ ਐਡਾ ਗਿਆਨ ਹੈ ਜਿਹੜਾ ਕਿ ਸਾਰਾ ਹੀ ਇਹਨਾਂ ਚੀਜ਼ਾਂ ਤੇ ਵਰਦਾ ਹੈ ਵੀ ਸੰਤ ਸੰਤ ਇਜ਼ ਇਕੁਅਲ ਟੂ ਸਾਧ ਇਜ਼ ਇਕੁਅਲ ਟੂ ਸੰਤ ਇਜ਼ ਇਕੁਅਲ ਟੂ ਸਤਿਗੁਰੂ ਜੀ ਦੀ ਦੇਹ ਨਹੀਂ, ਔਰ ਤੁਹਾਡੇ ਅੰਦਰ ਆਉਣਾ ਨੇ। ਕਰ ਕਿਰਪਾ ਸੰਤ ਮੇਲੇ ਮੋਹੇ, ਤਿਨ ਤੇ ਧੀਰਜ ਪਾ। ਉਹ ਕਿਹੜਾ ਸੰਤ ਹੈ ਜਿਹੜਾ ਗੁਰੂ ਅਰਜਨ ਪਾਤਸ਼ਾਹ ਦੇ ਸ਼ਬਦ 'ਚ ਉਹਨਾਂ ਨੂੰ ਮਿਲਿਆ? ਆਓ ਬਾਬੇ ਨਾਨਕ ਦੀ ਸਿੱਧ ਗੋਸ਼ਟ ਖੋਲੀਏ। ਸਿੱਧ ਗੋਸ਼ਟ ਚੱਲਦੀ ਇੱਥੋਂ, ਐਡੇ ਵੱਡੇ ਮਾਰਕੀ ਦੀ ਉਹ ਮਾਸਟਰਪੀਸ ਗੁਰੂ ਨਾਨਕ ਦਾ। ਉਹ ਕਹਿੰਦਾ ਉਹਦੀ ਤੋਕ ਹੈ ਸ਼ੁਰੂ 'ਚ ਹੀ, ਜਦੋਂ ਸਿੱਧ ਗੋਸ਼ਟ ਸ਼ੁਰੂ ਕਰਦੇ ਆ। ਅੱਜ ਅਸੀਂ ਉਹ ਲੈਣਾ ਵੀ ਅਸੀਂ ਬਾਹਰਲੇ ਸੰਤ ਨੂੰ ਝਾੜੂ ਮਾਰਦੇ ਹਾਂ। ਅਸੀਂ ਕਹੀ ਕਿ ਨਹੀਂ ਬਾਣੀ ਮੰਨਦੀ ਬਾਹਰਲੇ ਸਾਧ ਸੰਤ ਨੂੰ। ਸਾਨੂੰ ਸਾਬਤ ਕਰੋ ਵੀ ਨਾਨਕ ਸੰਤ ਮਿਲੇ ਸੱਚ ਪਾਈਏ, ਸਹਿਜ ਪਾਏ ਜਸ ਲਿਓ। ਬਾਬਾ ਨਾਨਕ ਨਾਲ ਸਿੱਧ ਗੋਸ਼ਟ 'ਚ ਕਿਹੜਾ ਸੰਤ ਪਾਇਆ ਸੀ? ਬਾਬਾ ਬੁੱਢਾ ਜਿਹੜਾ ਕਿ ਨੋਵਲ ਕਰੈਕਟਰ ਹੈ ਹੀ ਨਹੀਂ ਹੈ ਕਹਾਣੀਆਂ 'ਚ, ਤੁਹਾਡੀਆਂ 'ਚ। ਬਾਬਾ ਬੁੱਢਾ ਬਾਬੇ ਨਾਨਕ ਨੂੰ ਮਿਲਿਆ। ਬਾਬਾ ਨਾਨਕ ਤੇ ਕਹਿੰਦਾ ਨਾਨਕ ਸੰਤ, ਔਰ ਸੰਤ ਦੇ ਤੱਤੇ ਨੂੰ ਔਂਕੜ ਹੈ ਸਿੱਧ ਗੋਸ਼ਟ 'ਚ ਪਹਿਲਾਂ। ਨਾਨਕ ਸੰਤ ਮੇਲੈ, ਆ ਜਿਹੜਾ ਸੱਚ ਪਾ ਲਿਆ ਮੈਂ, ਸੱਚਾ ਆ ਦੇ ਸੱਚ, ਜੁਗਾ ਦੇ ਸੱਚ, ਐਡੀ ਵੱਡੀ ਚੀਜ਼ ਮੈਂ ਪਾ ਲਈ। ਕਿਹੜਾ ਸੰਤ ਮਿਲਿਆ? ਅਸੀਂ ਹੁਣੇ ਕਲੀਅਰ ਕਰਦੇ ਹਾਂ। ਨਾਨਕ ਸੰਤ ਹੋਏ ਕਹਿੰਦੇ ਦੇਖੋ ਇਹ ਨਾਨਕ ਸੰਤ ਹੈ। ਅਸੀਂ ਕਿਹਾ ਬਾਬਾ ਨਾਨਕ ਆਪਣੀ ਬਾਣੀ ਨੂੰ ਦੇਖ ਕੇ ਆਪ ਹੀ ਰਾਧਾ ਸਵਾਮੀਆਂ ਕਹਿ ਸਕਦਾ ਵੀ ਮੈਂ ਸਤਿਗੁਰੂ ਹਾਂ। ਦੁਨੀਆ ਨਾਲ ਨਹੀਂ ਹੁਣ ਮੰਨਣਾ। ਜਦ ਦੀ ਪਾਵਰ ਨਿਕਲ ਚੁੱਕੀ ਹੈ ਵੀ ਸੰਤ ਸਾਧ ਸਤਿਗੁਰੂ ਇੱਕੋ ਚੀਜ਼ ਹੈ, ਜਿਹਦੀ ਦੇਹ ਨਹੀਂ ਹੈ ਔਰ ਸਾਡੇ ਅੰਦਰ ਆਉਣਾ ਉਹਨੇ। ਨਾਨਕ ਸੰਤ ਮੇਲੈ ਸੱਚ ਪਾਈ। ਫਿਰ ਕਹਿੰਦਾ ਔਖਾ ਨਾ ਹੋਏ। ਜੋਗੀਆਂ ਨੂੰ ਸਮਝਾ ਰਹੇ ਜਿਹੜੇ ਬੜੇ ਬੜੇ ਤਪ ਕਰ ਰਹੇ ਸੀ, ਘਰ ਛੱਡੇ, ਰਾਣੀਆਂ ਛੱਡੇ, ਜੰਗਲਾਂ 'ਚ ਬੈਠਿਆ, ਜਿਹੜੀਆਂ ਇਹਨਾਂ ਕੋਲ ਤਾਕਤਾਂ ਸੀ ਰਿਧੀਆਂ ਸਿੱਧੀਆਂ, ਸਾਰੇ ਹਿੰਦੁਸਤਾਨ ਨੂੰ ਮਗਰ ਲਾਇਆ ਸੀ। ਹੁਣ ਇਹ ਫਿਰ TV 'ਤੇ ਡਰਾਮਾ ਸ਼ੁਰੂ ਹੋ ਗਿਆ ਜੋਗੀਆਂ ਦਾ। ਲੇਕਿਨ ਬਾਬਾ ਕਹਿੰਦਾ ਨਾਨਕ ਸੰਤ ਮਿਲੇ ਸੱਚ ਪਾਈਏ। ਉਹ ਕਿਹੜਾ ਸੰਤ ਸੀ? ਕਿਉਂਕਿ ਇਹਨਾਂ ਦਾ ਗੋਰਖ ਸੰਤ ਸੀ। ਰਿਸ਼ੀਆਂ ਮੁਨੀਆਂ ਤੋਂ ਗੁਰੂ ਦੇਹ 'ਚ ਮੰਨੇ ਆਉਂਦੇ ਸੀ। ਸੰਤ ਸਾਧ ਦੇਹ 'ਚ ਸਾਰੇ ਹੁੰਦੇ ਸੀ। ਉਹ ਸਾਧ ਲਿਆ ਕਿ ਸਾਰਾ ਜੋ ਜਿੰਨੀਆਂ ਪਿਛਲਾ ਯੁੱਗ ਸੀ ਉਹਨੂੰ ਪਲਟਾ ਦੇਤਾ ਬਾਬੇ ਨਾਨਕ। ਨਾ ਵੀ ਮੇਰੇ ਨਾ ਸੰਤ ਦੀ ਦੇਹ ਹੈ, ਨਾ ਸਾਧ ਦੀ ਦੇਹ ਹੈ, ਨਾ ਮੇਰੇ ਸਤਿਗੁਰ ਦੀ ਦੇਹ ਹੈ, ਨਾ ਮੇਰੇ ਸ਼ਬਦ ਦੀ ਦੇਹ ਹੈ, ਤੇ ਨਾ ਮੇਰੇ ਅਕਾਲ ਪੁਰਖ ਦੀ ਦੇਹ ਹੈ। ਔਰ ਮੈਂ ਵੀ ਸ਼ਬਦ ਰੂਪ ਹੋ ਜਾਣਾ। ਜਿੰਨੇ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪੇ ਸਮਾਸੇ। ਜਪਣ ਵਾਲੇ ਦੀ ਦੇਹ ਨਹੀਂ ਰਹਿੰਦੀ। ਇਸ ਕਰਕੇ ਜਿਹੜਾ ਸੰਤ ਹੈ ਸਾਨੂੰ ਸਾਬਤ ਕਰਦੇ ਸਾਰੀ ਦੁਨੀਆ 'ਚ। ਅਸੀਂ ਵੰਗਾਰ ਪਾ ਰਹੇ ਹਾਂ ਇਸ ਬਾਣੀ ਦੇ ਰਾਹੀਂ ਵੀ ਇਹ ਸੰਤ ਕਿਹੜਾ ਬਾਬਾ ਨਾਨਕ ਕਹਿ ਰਿਹਾ।
ਪਹਿਲਾਂ ਸਿੱਧ ਗੋਸ਼ਟੀ ਇੱਥੋਂ ਸ਼ੁਰੂ ਹੁੰਦੀ ਆ, ਸਿੱਧ ਸਭਾ। ਧਿਆਨ ਨਾਲ ਸੁਣਿਓ, ਅਸੀਂ ਗਾਂ ਫਿਰ ਸਾਰੀ ਸਿੱਧ ਗੋਸ਼ਟ ਵੀ ਲਿਆ ਰਹੇ ਹਾਂ ਗੋਸ਼ਟੀਆਂ 'ਚ। ਪਹਿਲਾਂ ਇੱਥੋਂ ਬਾਬਾ ਨਾਨਕ ਸ਼ੁਰੂ ਕਰਦਾ, ਸਿੱਧ ਸਭਾ ਕਰ ਆਸਣੇ ਬੈਠੇ ਸੰਤ ਸਭਾ ਜੈਕਾਰੋ, ਤਿਸੇ ਆਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ, ਮਸਤਕ ਕਾੜ ਧਰੀ ਤਿਸੇ ਆਗੇ ਤਨ ਮਨ ਆਗੇ ਦਿਉ, ਨਾਨਕ ਸੰਤ ਮਿਲੇ ਸੱਚ ਪਾਈਐ ਸਹਿਜ ਪਾਏ ਜਸ ਲਿਓ। ਰਹਾਉ ਆਇਆ, ਇੱਕੋ ਹੀ ਰਹਾਉ ਐਡੀ ਵੱਡੀ ਸਿੱਧ ਗੋਸ਼ਟ ਦਾ। ਜਿਹੜੀ ਸਿੱਧ ਬਲਰਾ ਉੱਠੇ ਸੀ ਬਾਬਾ, ਵਾਹ ਕਮਾਲ ਹੈ ਤੇਰਾ ਸ਼ਬਦ। ਉਹ ਰਾਹੋਂ 'ਚ ਕਹਿੰਦੇ ਕਿਆ ਭਵੀਏ, ਕਿਹੜੇ ਕਿੱਧਰ ਤੁਸੀਂ ਤੀਰਥਾਂ ਤੇ ਪਾਉਂਦੇ ਸਿਰ ਤੋਂ ਜੰਗਲਾਂ 'ਚ, ਕਿਆ ਭਵੀਏ ਸੱਚੇ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਾਹੋਂ ਲਾਇਆ, ਇਹ ਅਸੀਂ ਬਾਅਦ 'ਚ ਦੱਸਾਂਗੇ, ਪਰ ਪਹਿਲਾਂ ਸੰਤਾਂ ਲਾਉਣਾ ਵੀ ਬਾਬਾ ਨਾਨਕ ਕਿਹੜਾ ਸੰਤ ਕਹਿ ਰਿਹਾ ਹੈ। ਉਹ ਕਹਿੰਦੇ ਸਿੱਧ ਸਭਾ 'ਚ ਜਾਣਾ ਤੇ ਆਪਣੇ ਮਨ ਦਾ ਆਸਣ ਲਓ, ਕਿਉਂਕਿ ਜਦੋਂ ਮਨ ਨੂੰ ਬੈਠ ਜਾਂਦਾ ਇਹ 'ਚ ਅਥਾਹ ਤਾਕਤ ਆ ਜਾਂਦੀ ਹੈ। ਨਾਮ ਸੁਣਨਾ, ਸਿੱਧ ਸਭਾ ਕਰ ਆਸਣੇ ਬੈਠੇ। ਜੇ ਤੂੰ ਸਿੱਧ ਸਭਾ 'ਚ ਜਾਣਾ, ਇੰਨੀਆਂ ਸਿੱਧਾਂ ਵਰਗੀਆਂ ਤਾਕਤਾਂ ਲੈਣੀਆਂ ਆਪਣੇ ਦੇ ਵਿੱਚ, ਤੇ ਆਪਣੇ ਮਨ ਦਾ ਆਸਣ ਲਵਾ, ਮਤਲਬ ਮਨ ਨੂੰ ਖੜਾ ਕਰ, ਮਨ ਭਾਉਣੋਂ ਬੰਦ ਹੋਵੇ। ਸਿੱਧ ਸਭਾ ਕਹਿੰਦੇ ਤੂੰ ਐਡੇ ਬੜੇ ਤਪ ਕਰ ਰਹੇ ਹੋ, ਮਨ ਤੇ ਤੁਹਾਡਾ ਭਾਉ ਰਿਹਾ ਅੰਦਰ। ਸਿੱਧ ਸਭਾ ਕਰ ਆਸਣੇ ਬੈਠੇ, ਔਰ ਸੰਤ ਸਭਾ ਹੈ ਕਰਮਖੰਡ ਦੀ ਖੇਲ, ਜਿਹਨਾਂ ਦੀ ਬਾਣੀ ਹੈ ਸਾਡੇ ਸੰਤਾਂ ਦੀ, ਸਾਰੇ ਉਹ ਵੀ ਮਿਲਦੇ ਆ, ਉਹ ਵੀ ਦਰਸ਼ਨ ਹੈ। ਕਿਉਂਕਿ ਕਈ ਕਹਿੰਦੇ ਜੀ ਉਹ ਕਰਮ ਉੱਤੇ ਕਦੋਂ ਦੇ ਗਏ, ਉਹ ਗਏ ਕਿੱਦਾਂ ਆ? ਜਪ 'ਚ ਤੇ ਲਿਖਿਆ ਨਾਮ ਮਰੇ ਨਾ ਮਾਇਆ ਤੋਂ ਠੱਗੇ ਜਾਂਦੇ ਆ, ਕਰਮਖੰਡ 'ਤੇ ਲਿਖਿਆ ਨਾਮ ਮਰੇ ਨਾ। ਜੇ ਉਹ ਵੀ ਮਰ ਗਏ ਤੇ ਅਸੀਂ ਨਾਮ ਕਾਹਦੇ ਲਈ ਜਪਣਾ? ਉਹ ਹਾਜ਼ਰ ਨੇ ਨਾਜ਼ਰ ਨੇ, ਉਹਨਾਂ ਨੂੰ ਮਿਲਦੇ ਅੰਦਰ ਆਉਂਦੇ ਆ ਸਾਡੇ। ਤੋ ਸੰਤ ਸਭਾ ਕਰ ਆਸਣੇ, ਸਿੱਧ ਸਭਾ ਕਰ ਆਸਣੇ ਬੈਠੇ ਸੰਤ ਸਭਾ ਜੈਕਾਰੋ, ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ। ਕੌਣ ਖਿਆਲ 'ਚ ਹੈ? ਪ੍ਰਭੂ ਕਾਲ ਪੁਰਖ ਬਾਬੇ ਨਾਨਕ ਦੇ ਖਿਆਲ ਨਾਲ। ਸਾਚਾ ਅਪਰ ਅਪਾਰੋ। ਫਿਰ ਕਹਿੰਦੇ ਨਾਨਕ ਸੰਤ ਮਿਲੇ ਸੱਚ ਪਾਈਏ, ਉਸ ਆਗੇ ਮੈਂ ਗੁਰਖ ਨੂੰ ਨਹੀਂ ਆਉਣਾ, ਮੈਂ ਕਿਸੇ ਇਨਸਾਨ ਦੇ ਅੱਗੇ ਮੱਥਾ ਨਹੀਂ ਟੇਕਣਾ। ਕਹਿੰਦਾ ਮੈਂ ਮਸਤਕ ਕਾੜ ਧਰੀ ਤੇ ਆਗੇ, ਮਸਤਕ ਮੈਂ ਆਪਣੀਆਂ ਸੋਚਾਂ ਖਤਮ ਕਰਤੀਆਂ। ਮਸਤਕ ਕਾੜ ਧਰੀ ਤੇ ਆਗੇ, ਤਿਸ ਦੇ ਸੱਸੇ ਨੂੰ ਔਂਕੜਾ ਅਕਾਲ ਪੁਰਖ ਅੱਗੇ। ਤੋ ਸਿੱਧ ਸਭਾ ਕਰ ਆਸਣੇ ਬੈਠੇ ਸੰਤ ਸਭਾ ਜੈਕਾਰੋ, ਤਿਸ ਆਗੇ ਰਹਿ ਰਾਸ। ਮੈਂ ਰਹਿ ਰਾਸ ਦਾ ਪਾਠ ਨਹੀਂ ਕਰਦਾ, ਮੇਰੀ ਰਾਸ ਹੀ ਅਕਾਲ ਪੁਰਖ ਬਣ ਗਈ ਹੈ। ਜਿੱਦਾਂ ਸੂਰਜ ਦੀਆਂ ਰਾਸਾਂ ਚੱਲਦੀਆਂ, ਸਾਡੀ ਸਿੱਖੀ 'ਚ ਰਹਿ ਰਾਸ ਕੀ ਹੈ? ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤੇ ਹਮਰੀ ਰਹਿ ਰਾਸ। ਤੋ ਜਿਹੜਾ ਸਾਡੀ ਰਹਿ ਰਾਸ ਹੈ, ਅਸੀਂ ਰੱਬ ਦੇ ਨਾਲ ਰਾਸੀ ਜੋੜ ਲਈ ਹੈ, ਉਹਦੇ ਵਰਗੇ ਅਸੀਂ ਹੋਣਾ ਹੈ। ਤੋ ਸੰਤ ਸਭਾ ਜੈਕਾਰੋ, ਮਸਤਕ ਕਾੜ ਧਰੀ ਤੇ ਸਿਆਗੇ। ਇਹ ਸਾਰੇ ਗੁਰਖ ਨੂੰ ਮੰਨਦੇ, ਕਹਿੰਦੇ ਮੈਂ ਨਹੀਂ ਇਹਨਾਂ ਨੂੰ ਮੰਨਦਾ, ਬੰਦਿਆਂ ਨੂੰ, ਮੇਰਾ ਅਕਾਲ ਪੁਰਖ ਹੈ। ਤੋ ਮਸਤਕ ਕਾੜ ਧਰੀ ਤੇ ਸਿਆਗੇ, ਤਾਨ ਮਾਨ ਆਗੇ ਦਿਉ, ਨਾਨਕ ਸੰਤ ਮਿਲੇ। ਇੱਥੇ ਆਣ ਕੇ ਅੰਦਰ ਮਿਲਦਾ, ਸੱਚ ਪਾਈਏ ਤੇ ਸਹਿਜ ਪਾਏ ਜੈਸ ਲਿਓ। ਔਖਿਆ ਨਹੀਂ ਹੋਣਾ, ਸਹਿਜ ਪਾਏ ਜੈਸ ਲਿਓ। ਰਹਾਉ ਆਇਆ, ਕਿਆ ਭਵੀਏ ਸੱਚੇ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਇਸ ਕਰਕੇ ਉਹ ਜਿਹੜਾ ਸੰਤ ਹੈ, ਇੱਥੇ ਵੀ ਉਹ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਹੈ। ਉਹ ਕੀ ਹੈ? ਕਾਰ ਕਿਰਪਾ ਸੰਤ ਮੇਲੈ ਮੋਹੇ, ਤਿੰਨ ਤੇ ਧੀਰਜ ਪਾਇਆ। ਉਹਨਾਂ ਨੇ ਮੈਨੂੰ ਇੱਕ ਮੰਤਰ ਦਿੱਤਾ, ਔਰ ਮੇਰੇ ਅੰਦਰ ਚਲ ਗਿਆ। ਜਦੋਂ ਅੰਦਰ ਆਇਆ, ਆਣ ਕੇ ਉਹਨਾਂ ਨੇ ਨਾਮ ਮੈਨੂੰ ਦਿੱਤਾ, ਉਹ ਗੁਰ ਪਰਮੇਸ਼ਰ ਦਾ, ਮੇਰੇ ਹਿਰਦੇ 'ਚ ਨਾਮ ਚਲੇ ਗਿਆ। ਕਾਰ ਕਿਰਪਾ ਸੰਤ ਮੇਲੈ ਮੋਹੇ, ਤਿੰਨ ਤੇ ਧੀਰਜ ਪਾਇਆ। ਸ਼ਾਂਤੀ ਮੰਤ ਦਿਓ ਮੋਹੇ, ਨਿਰਭਉ ਮੇਰਾ ਮਨ ਨਿਰਭਉ, ਪਾਉਣੋਂ ਬੰਦ ਹੋ ਗਿਆ। ਐਸਾ ਮੰਤਰ ਮੇਰੇ ਹਿਰਦੇ 'ਚ ਦਿੱਤਾ ਜਦੋਂ ਆ ਗਏ ਕਲਾ ਵਰਤੀ। ਨਾਲੇ ਤੇ ਉਹ ਆ ਗਿਆ, ਨਾਲੇ ਉਹ ਸੰਤ ਵੀ ਆ ਗਿਆ, ਸਭ ਕੁਝ। ਔਰ ਮੇਰੇ ਤੇ ਅੰਦਰ ਉਹ ਮੰਤਰ ਨਾਲ ਉਹ ਕਲਾ ਵਰਤਾਈ, ਮੇਰਾ ਤੇ ਮਨ ਪਾਉਣੋਂ ਬੰਦ ਹੋ ਗਿਆ। ਸ਼ਾਂਤੀ ਮਨ
दियो मोहे निरभਉ। क्यों? क्या बात शब्द कमाया। दो किस्म के शब्द है, एक ਜਿਹੜੇ ਅਸੀਂ ਆ ਪੜ੍ਹ ਰਹੇ ਹਾਂ ਸਾਰੇ ਵੀ ਸ਼ਬਦ ਹੈ ਗਿਆਨ ਦੇਣਗੇ। ਇਹ ਸਾਰੇ ਵੀ ਗਿਆਨ ਵੀ ਕਿਹਨੂੰ ਦੇਣਗੇ? ਸ਼ਬਦ ਕਮਾਉਣ ਵਾਲਾ ਜਪਣ ਵਾਲਾ ਸ਼ਬਦ ਹੈ। ਇਸ ਕਰਕੇ ਗੁਰ ਕਾ ਸ਼ਬਦ ਸਾਡੇ ਤੇ ਬੜੇ ਟਿਕਾਈ ਹੁੰਦੀ ਜੀ, ਤੇ ਬਾਣੀ ਦੀ ਵੀ ਤੇ ਕਮਾਈ ਕਰ ਸਕਦੇ ਹਾਂ। ਅਸੀਂ ਸਾਰੀ ਪੜ੍ਹਦੇ ਹਾਂ, ਸਾਨੇ ਨੇ ਪਾਠ ਕਰਦੇ ਹਾਂ ਸੁਖਮਨੀ ਸਾਹਿਬ ਦੇ ਸਾਰੇ। ਮੈਂ ਕਿਹਾ ਤੁਸੀਂ ਇਹਨੂੰ ਕਮਾਈ ਕਹਿੰਦੇ? ਤੁਸੀਂ ਸਾਰੇ ਬਾਬੇ ਨਾਨਕ ਦਾ ਜਿਹੜੀ ਲਾਈਨ ਹੈ ਕਿੱਦਾਂ ਸਾਨੂੰ ਸਾਬਤ ਕਰ ਦਿਓ ਵੀ ਇੱਕੇ ਆਖ ਹੈ, ਸ਼ਬਦ ਭਖ ਹੈ, ਆਰਦ ਔਰਦ ਵਿੱਚ ਦੇਖਿਆ ਅਰਧ ਦਿਨ ਰਾਤ। ਤੁਸੀਂ ਅਰਧ ਔਰਦ ਨਾਲ ਸਾਰੀ ਬਾਣੀ ਕਿੱਦਾਂ ਕਮਾ ਸਕਦੇ ਹੋ? ਸ਼ੁਰੂ ਤੋਂ ਹੀ ਇਸੇ ਇੱਕ ਸ਼ਬਦ ਹੈ, ਇੱਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ। ਬਹੁਤ ਇੱਕ ਜਿਹੜਾ ਸ਼ਬਦ ਹੈ ਜਪਣ ਵਾਲਾ, ਉਹਦੀ ਕਮਾਈ ਹੋ ਸਕਦੀ। ਬਾਣੀ ਦੀ ਕਮਾਈ ਨਹੀਂ ਹੈ। ਬਾਣੀ ਦੀ ਸਮਝਣਾ ਹੈ। ਜੈਸੀ ਵੀ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ। और ज्ञान ने लिखिया मन समझावन कारने कछक पढ़िए ज्ञान। कबीर साहब ज्ञान का बद्दा मन रहे ते गुरबिन ज्ञान ना होए। ज्ञान का काम करना इस बाणी ना। इस करके असी जागीए सारे भी संगत नूं ਉਹ ਕਰਾਉਣ ਵਾਲਿਆਂ ਨੂੰ ਵੀ ਨਹੀਂ ਪਤਾ, ਕਿਉਂਕਿ ਕਦੀ ਉਹਨਾਂ ਨੇ ਸ਼ਬਦ ਵਾਚੇ ਹੀ ਨਹੀਂ। ਵਾਚਣੇ ਕੀ ਹੈ ਕਿ ਜਿੰਨੀ ਕਥਾ ਕਰਨੀ, ਜਿੰਨੇ ਕੀਰਤਨ, ਜਿੰਨੇ ਗੁਰਦੁਆਰਾ ਸਭ ਕੁਝ ਕਰਨਾ, ਸਭ ਚੜਾਵਾ ਲੈਂਦੇ ਹੈ। ਔਰ ਪੂਜਾ ਦੇ ਧਾਨ ਨਾਲ ਬੁੱਧ ਭ੍ਰਿਸ਼ਟ ਹੋ ਜਾਂਦੀ ਹੈ। ਇਹ ਵੱਡਾ ਇੱਕ ਵੱਡੀ ਚੀਜ਼ ਹੈ। ਜਿਹੜਾ ਘਾਲ ਖਾਏ ਕਿ ਛੱਥੋਂ ਦੇ, ਉਹਦੇ ਉਹ ਰਾਹ ਪਛਾਣੇਗਾ। ਜਿਹੜਾ ਇਹ ਘਾਲ ਖਾ ਕੇ ਨਹੀਂ ਖਾਂਦਾ, ਉਹਦੀ ਚੜਾਵੇ ਦਾ ਪੈਸੇ ਨੇ ਸਭ ਕੁਝ ਕਰਦਾ, ਉਹਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਅਸੀਂ ਸਾਬਤ ਕਰਾਂਗੇ ਬਾਣੀ ਰਾਹੀਂ। ਇਸ ਕਰਕੇ ਜਿਹੜਾ ਉਹ ਕਹਿ ਨਹੀਂ ਸਕਦੇ ਗੱਲ, ਉਹਨਾਂ ਨੂੰ ਸੋਝੀ ਆਉਣੀ ਨਹੀਂ। ਕਿਉਂਕਿ ਗੁਰੂ ਮਹਾਰਾਜ ਨੇ ਲਿਖਿਆ, ਜੇ ਲੋਕ ਸਮਝਾਵਣ ਜਾਈਏ ਕਦ ਸਮਝਾਏ ਜਾਣ, ਲੋਕ ਕੀ ਜਾਣੇ ਬੱਪੜੇ ਜਿਨ੍ਹਾਂ ਨੂੰ ਸੋਝੀ ਨਾ ਏ। ਆ ਜਿਹੜੀ ਨਾਮ ਦੀ ਸੋਝੀ ਆਉਣੀ ਹੈ, ਇਹ ਆਪ ਪਾਉਂਦਾ, ਕਿਸੇ ਕਿਸੇ ਨੂੰ ਆਉਂਦੀ ਜਿਹਨਾਂ ਦਾ ਨਾਮ ਜਪਦੇ ਹੈ। ਬਾਕੀਆਂ ਨੂੰ ਸੋਝੀ ਨਹੀਂ ਆਉਂਦੀ, ਉਹਨਾਂ ਨੂੰ ਹੋਸ਼ ਹੀ ਨਹੀਂ ਆਉਂਦੀ। ਤੋ ਕਾਰ ਕਿਰਪਾ ਸੰਤ ਮੇਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਦੁਨੀਆ ਨੂੰ ਸੰਤ, ਸਾਰੀ ਦੁਨੀਆ ਸਾਰਾ ਲੁੱਟ ਕੇ ਖਾਈ ਜਾਂਦੇ। ਕਿਹੜਾ ਸੰਤ ਹੈ ਜਿਹੜਾ ਕਾਲਣਾ ਕਰਕੇ ਖਾਂਦਾ? ਕਾਲ ਖਾਏ ਕਿ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਨਾਨਕ ਅੱਗੇ ਸੋ ਮਿਲੇ, ਜੇ ਖੱਟੇ ਕਾਲੇ ਦੇ। ਬਾਬੇ ਨਾਨਕ ਦੇ ਕੋਈ ਬਾਣੀ ਦੇ ਅਸੂਲ ਹੈ ਸਾਰੇ। ਜਿਹੜਾ ਕਾਲ ਕਰਕੇ ਨਹੀਂ ਆਪਣੀ ਕਮਾਈ ਚੋਂ ਖਾਂਦਾ, ਜਾਂ ਉਹਨੂੰ ਰਾਹ ਦਾ ਪਤਾ ਹੀ ਨਹੀਂ ਲੱਗਣਾ। ਇਸ ਕਰਕੇ ਜਿਹੜਾ ਕਾਲ ਖਾ ਕੇ ਖਾਣਾ ਸਾਰਾ, ਉਹ ਜਿਹੜਾ ਸਾਡਾ ਵੱਡਾ ਸੰਤ ਹੈ ਸਤਿਗੁਰੂ, ਉਹਦੇ ਲਈ ਹੈ, ਬਾਹਰਲੇ ਸੰਤਾਂ ਲਈ ਨਹੀਂ ਹੈ। ਤਾਰ ਕਿਰਪਾ ਸੰਤ ਮੇਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਸ਼ਾਂਤੀ ਮੰਤ ਦਿਓ ਮੋਹੇ ਨਿਰਭਉ, ਗੁਰ ਕਾ ਸ਼ਬਦ ਕਮਾਏ। ਉਸ ਵੇਲੇ ਫਿਰ ਜਿੱਤੇ ਜਾਂਦੀ ਹੈ। ਜੀਤੇ ਲੈ ਓਏ ਮਹਾਂ ਬੇਖਾ। ਫਿਰ ਉਹ ਅਨਹਦ ਬਾਣੀ ਆਉਂਦੀ ਹੈ, ਤੁਰਕੀ ਬਾਣੀ ਆਉਂਦੀ ਹੈ, ਅਨਹਦ ਸ਼ਬਦ ਹੈ। ਬਾਣੀ ਗੁਰਬਾਣੀ ਵੱਲ ਨਹੀਂ ਜਾਣਾ। ਜਦੋਂ ਬਾਣੀ ਨਹੀਂ ਸੀ ਪਿਛਲੇ ਯੁੱਗਾਂ 'ਚ ਕਾਹਦੇ ਨਾਲ ਭਗਤ ਤੜਦੇ ਸੀ। ਬਾਣੀ ਬਹੁਤ ਥਾਂ, ਜਿੰਨੀ ਤਕਰੀਬਨ ਬਾਣੀ ਦਾ ਮਤਲਬ ਆਉਂਦਾ ਗੁਰਬਾਣੀ ਦਾ, ਉਹ ਗੁਰਮੰਤਰ ਹੈ, ਸ਼ਬਦ ਹੈ। ਜਦੋਂ ਬਾਣੀ ਨਹੀਂ ਸੀ ਬਣੀ, ਕਾਹਦੇ ਨਾਲ ਤੜਦੇ ਸੀ ਸਤਿਯੁਗ 'ਚ? ਰਾਮ ਜਪੋ ਜੀਆ ਐਸੇ ਐਸੇ, ਧਰੂ ਪ੍ਰਹਲਾਦੇ ਜਪਿਓ ਹਰ ਜੈਸੇ। ਉਹ ਜਪਣ ਵਾਲੀ ਬਾਣੀ ਹੈ, ਗੁਰਮੰਤਰ ਹੈ। ਬਾਕੀ ਇਹ ਜਿਹੜੀ ਬਾਣੀ ਹੈ ਗਿਆਨ ਦੇਗੀ, ਸਭ ਕੁਛ ਹੈ। ਲੇਕਿਨ ਜਿਹੜੀ ਆਹ ਬਾਣੀ ਆਉਣੀ ਹੈ ਇਸ ਸਟੇਜ 'ਤੇ ਜਾ ਕੇ, ਜਦੋਂ ਉਹ ਸੰਤ ਵੀ ਆ ਗਿਆ, ਪੰਜ ਬਸ ਵੀ ਆ ਗਏ, ਤੇ ਆਹ ਤੁਕ ਵਰਤਣੀ ਹੈ। ਜੀਤੇ ਏ ਓਏ ਮਹਾਂ ਬਿਖਾ
फिर उस वेले तुरदी बाणी आना दी शब्द वजदा फिर सहज सो ਉਹ ਫਿਰ ਉਸ ਆਤਮਾ ਦੇ ਨਾਲ ਸਦਾ ਸਹੇਲੀ ਹੈ। सहज सोहेली बाणी। किन्ना सुखी हो गया, आन शब्द सुन रहा, पंजा तो परे हो गया, अंदर ध्यान लग गया, सतगुरु अंदर आ गया ते अखीर ते की होया कहो ना। आ जिहड़ा कहो नानक है भी नाम जपण दा उपदेश है। कहो दे हाहे नूं औंकड़, नानक दे नान कहो नानक, हे नानक तुम ही नाम नूं कह, क्योंकि पहला स्टेप है कहो ना। कई चल जूं जूं कहेगा तेरे मन च होर प्रकाश होगा। कहो ना मने भया परगा, पाया पद निर्वाणी। निर्वाण पद है जिथे पंजे मगरों लथ जाएंगे। पिंडी थाई आम कहते होंगे यार तेनों की बाण वगी है। बाण का मतलब है डिफैक्ट, नुक्स। जे अज समझ गए तो निर्वाण पद साफ हो जाए। निर्वाण पद की है, इन्हां पंजां तो परे हो जाना, इन्हां दी बाण ना वगनी बंदे। कहो नानक मने पया प्रगासा, पाया पाद, पाद कहते स्टेज नूं, अंदरली स्पिरिचुअल स्टेज नूं। निर्बाणी का मतलब है इत्थे पंजे खत्म हो जाते, उहदे आले दुआलों हट जाते। तो पाया पद निर्वाणी, और इत्थों ही है निर्वाण कीर्तन। जिहड़ा पंजां तो रहत बंदा हो के नाम जपदा वो निर्वाण पद, ਉਹਦਾ कीर्तन प्रवान है। ये नहीं भी अजकल दिल्ली च इन्ने जिथे मुड़दे सड़दे उत्थे स्पैशल जगह बन गई है, छत दिती है रागियां लई। उधर मुड़दा सड़ रहा है, उधर शब्द पढ़ते हैं, मैं पिछे कीर्तन करियो निर्वाण जी। वो निर्वाण कीर्तन है जिहड़ा पंजां तो रहत नाम जपदा, ओहदी ਉਹਦਾ ਅੰਦਰਲਾ ਸੰਤ ਉਹਨੂੰ ਮਿਲਿਆ ਹੁੰਦਾ। ਇਸ ਸਟੇਜ 'ਤੇ ਜਾ ਕੇ ਨਿਰਵਾਣ ਪਦ ਆਉਂਦਾ ਹੈ। ਅਸੀਂ ਬਾਹਰਲੇ ਹਰ ਇੱਕ ਨੇ ਨਿਰਵਾਣ, ਕਈ ਕਹਿੰਦੇ ਜੀ ਅਸੀਂ ਨਿਰਵਾਣ ਕੀਰਤਨੀ ਜਥਾ, ਵੀ ਅਸੀਂ ਪੈਸੇ ਨਹੀਂ ਲੈਂਦੇ ਨਿਰਵਾਣ। ਉਹ ਤਾਂ ਸੰਗਤ ਤੁਸੀਂ ਹਮੇ ਹੋਰ ਚਮੇੜ ਲੈਂਦੇ, ਵੀ ਅਸੀਂ ਲੈਂਦੇ ਨਹੀਂ। ਤੁਸੀਂ ਹੋਰ ਗਰੀਬੀ ਸਿੱਖੋ। ਨਿਰਵਾਣ ਪਦ ਆਵ ਹੈ, ਕਦੋਂ ਆਉਂਦਾ ਹੈ? ਜੀਤੇ ਲੈ ओए महाबेखा, सहज सुहेली बाणी। बाणी गुरबाणी गल नहीं जाना। सहज सुहे ऐसे बाणी नूं लिखिया। धुर की बाणी आई जिन सगली चिंत मिटाई। पढ़ी जाते गाई जाती इस बाणी नूं, किन्नियां कदी मिट गई है। ये तुर की बाणी, और तुर की बाणी तुर की बाणी आई जिन सगली चिंत मिटाई। बाणी गलत नहीं हो सकती, असी गलत। इस करके बाणी का लफ्ज़ सुन के सारे इत्थे बाणी उथे उथे बहुत सा गुरमंत्र इशारा है। जीते ले ओए महाबेखा, ये सहज सहज अवस्था च बंदा चली जाता। उन्होंने फिर आनंद शब्द भी सुनता, अंदर खरे की खेडां वरतदियां। जदों ये पंजे जिते जाते हैं, इन्हों बाहर नहीं कढ़ने। फारसा हिंदू फिलासफी सी भी इन्हों जंगलों च जाके उठन ही ना दो अंदर, इन्ना इन्हों कंट्रोल करो भी अंदर रहन ही ना। साडी फिलासफी ये नहीं है। साडी फिलासफी है इन्हों काम लेना, तुसी इन्हों अपने कंट्रोल च रहो। तुसी जिहड़े जन्मां जन्मां तो तुहाडे उत्ते चढ़े सी, इन्हों थले लाओ और इन्हों को कम लाओ सारा चीज़। इस करके पंजां नूं अपने थले मती रख के इन्हों जितना है। जितना का मतलब है तुहाडे नौकर बन बन के काम करनगे, तुहानूं दुखी नहीं कर सकणगे। पहले शाह पंच बखादी एक गरीबा, हुण कहंदे जीते लै ओए महाबेखा, सहज सुहेली बाणी। कहो ना आ कला जिदा जिदा शब्द लिखे उदा उदा अंदरली चेंजिज आउणियां।
ਕਹੋ ਨਾਨਕ ਮਨੇ ਭਇਆ ਪਰਗਾਸ ਪਾਇਆ ਪਦ ਨਿਰਵਾਣੀ। ਇਸ ਕਰਕੇ ਆਓ ਇਹ ਕਾਹਦੇ ਨਾਲ ਮਰਨੇ ਹੈ, ਸਾਰਾ ਸ਼ਬਦ ਇਹ ਚੱਲਦਾ ਰਹੇਗਾ। ਅਸੀਂ ਹੁਣ ਥੋੜ੍ਹਾ ਜਿਹਾ ਉਸ ਗੁਰਮੰਤਰ ਜਿਹਨੇ ਸਭ ਕੁਝ ਕਰਨਾ ਹੈ ਉਹਨੂੰ ਅੜਦਾ ਉੜਦੀ ਵਿਆਸ ਨਾਲ ਜਪ ਲਈਏ। ਏਕੇ ਆਖਿਆ ਸ਼ਬਦ ਭਾਖੈ ਆਰਦ ਉਰਦ ਦਿਨ ਰਾਤੇ, ਆਰਦ ਉਰਦ ਦਿਨ ਰਾਤੇ। ਅਭਿਆਸ ਤੇਜ਼ ਨਹੀਂ ਹੋਣ ਦੇਣਾ। ਟੀਮ ਵਰਕ ਹੈ, ਸੰਗਤੀ ਅਭਿਆਸ ਹੈ, ਇਕੱਠੇ ਹੋ ਕੇ ਇੱਕ ਦੂਸਰੇ ਦੇ ਪਿੱਛੇ ਹਮ ਪੀਛੇ ਲਾਗ ਚਲੀ ਬਾਣੀ ਚ ਲਿਖਿਆ। ਔਰ ਧੁਨ ਇੱਕੋ ਜੀ ਉੱਠੇ, ਇੱਕੋ ਜੀ ਆਵਾਜ਼, ਇਹੋ ਹੀ ਸਾਡਾ ਕੀਰਤਨ ਹੈ। ਹਰ ਹਰ ਨਾਮ ਦਿਓ ਕੀਰਤਨ ਕੋ, ਸਾਡਾ ਕੀਰਤਨ ਹੈ ਹੀ ਨਾਮ ਜਪਣਾ। ਇਸ ਕਰਕੇ ਇੱਕੋ ਜੀ ਧੁਨ, ਸਵਾਸ ਇੱਕੋ ਜੀ, ਔਖੇ ਨਹੀਂ ਹੋਣਾ, ਆਰਾਮ ਦੇ ਨਾਲ ਜਪਣਾ, ਕੋਈ ਸਰੀਰ ਦਾ ਅੰਗ ਨਹੀਂ ਹਿਲਾਉਣਾ। ਇਸ ਕਰਕੇ ਆਰਾਮ ਨਾਲ ਅੱਖਾਂ ਮੀਟ ਕੇ ਔਰ ਜਿਹੜਾ ਜਪਦੇ ਆ ਉਹਨੂੰ ਸੁਣਨ ਦੀ ਕੋਸ਼ਿਸ਼ ਕਰੋ। ਏਕੇ ਆਖਿਆ, ਇੱਕੇ ਰੱਬ ਨੂੰ ਹੀ ਸਿਰਫ ਉਹਦਾ ਧਿਆਨ ਰੱਖੋ। ਇੱਕੇ ਆਖਿਆ ਸ਼ਬਦ ਭਾਖੈ ਆਰਦ ਉਰਦ ਦਿਨ ਰਾਤ। ਡਰਨਾ ਨਹੀਂ ਹੈ, ਐਟ ਏ ਸਟਰੈਚ ਨਹੀਂ ਹੈ ਦਿਨ ਰਾਤ। ਸਾਡੇ ਮੁਹਾਵਰੇ ਚੱਲਣਗੇ ਪੰਜਾਬੀ 'ਚ ਪਿੰਡਾਂ ਸਾਂ ਵਾਲੇ। ਕੋਈ ਕੰਮ ਕਰ ਰਿਹਾ ਹੋਏ, ਉਹਦੇ ਕੋਲ ਤੂੰ ਜਾਣਿਆ ਉਹ ਕੰਮ ਕਰ ਰਿਹਾ ਹੁੰਦਾ, ਉਹ ਯਾਰ ਤੂੰ ਇਸ ਕੰਮ ਨੂੰ ਦਿਨ ਰਾਤ ਲੱਗਾ ਹੀ ਰਹਿਣਾ, ਦਿਨ ਰਾਤ ਨਹੀਂ ਕਰਦਾ। ਇਸ ਤਰ੍ਹਾਂ ਹੀ ਸਾਡੇ ਸਹਿਜ ਮਾਰਗ ਹੈ। ਦਿਨ ਰਾਤ ਦਾ ਮਤਲਬ ਹੈ ਜ਼ਿਆਦਾ ਤੋਂ ਜ਼ਿਆਦਾ ਟਾਈਮ ਹੈ ਇਸ ਚੀਜ਼ ਨੂੰ ਦੇਣਾ। ਇੱਕੇ ਆਖਿਆ ਸ਼ਬਦ ਭਾਖੈ ਆਰਦ ਉਰਦ ਦਿਨ ਰਾਤੇ, ਆਰਦ ਉਰਦ ਦਿਨ ਰਾਤੇ। हारे का बुलोवना बुलोवो मेरे भाई, सहज बुलोवो जैसे तत ना जाई। इक्के आखें सबद पाखें, आर्द उरद दिन राते, आर्द उरद दिन राते।
ਵਾਹਿਗੁਰੂ 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 ਗੁਰੂ ਗੁਰੂ ਜਪੇ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ ਵਾਹਿਗੁਰੂ 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 ਸਤੇ ਗੁਰੂ ਸਤੇ ਗੁਰੂ ਸਤੇ ਗੁਰੂ ਸਤੇ ਜੀਓ ਸਤੇ ਗੁਰੂ ਸਤੇ ਗੁਰੂ ਸਤੇ ਗੁਰੂ ਸਤੇ ਜੀਓ ਗੁਰੂ ਗੁਰ ਗੁਰੂ ਗੁਰ ਗੁਰੂ ਸੁਣੇ ਕੰਨ ਰੇ ਗੁਰੂ ਗੁਰ ਗੁਰੂ ਗੁਰ ਗੁਰੂ ਸੁਣੇ ਕੰਨ ਰੇ ਗੁਰੂ ਗੁਰ ਗੁਰੂ ਗੁਰ ਗੁਰੂ ਕਾਰ ਮਨ ਰੇ ਗੁਰੂ ਗੁਰ ਗੁਰੂ ਗੁਰ ਗੁਰੂ ਕਾਰ ਮਨ ਰੇ ਗੁਰੂ ਗੁਰ ਗੁਰੂ ਗੁਰ ਗੁਰੂ ਸੁਣੇ ਕੰਨ ਰੇ ਗੁਰੂ ਗੁਰ ਗੁਰੂ ਗੁਰ ਗੁਰੂ ਸੁਣੇ ਕੰਨ ਰੇ ਇਕੇ ਆਖੈ ਸ਼ਬਦ ਭਾਖੈ ਅਰਧ ਉਰਧ ਦਿਨ ਰਾਤੇ ਅਰਧ ਉਰਧ ਆਤੇ ਸਭੇ ਧਿਆਵੋ ਸਭੇ ਧਿਆਵੋ ਆਦੇ ਸੱਤੇ ਜੋਗਾਦੇ ਸੱਤੇ ਪਰਤਖ ਸੱਤੇ ਸਦਾ ਸਦਾ ਸੱਤੇ ਆਦੇ ਸੱਤੇ ਜੋਗਾਦੇ ਸੱਤੇ ਪਰਤਖ ਸੱਤੇ ਸਦਾ ਸਦਾ ਸੱਤੇ ਆਦੇ ਸੱਚ ਜੋਗਾਦੇ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸਤੇ ਸਾਚੋ ਸਾਰੀ ਨਿਵਾਸੋ ਆਦੇ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹੇ ਜੀਓ ਸਦਾ ਤੁਹੀ ਸਦਾ ਤੁਹੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।